एक बहुत ही ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਜੈਲਦਾਰ ਸਰਦਾਰ ਬੂਟਾ ਸਿੰਘ ਚੀਮਾ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਬਾਬਾ ਭੋਗੀ ਰਾਮ ਜੀ ਚੀਮਾ ਖੁੱਡੀ ਗੁਰਦਾਸਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਬੂਟਾ ਸਿੰਘ ਜੀ ਦਾ ਜਨਮ ਪਿਤਾ ਸਰਦਾਰ ਗੁਰਦਿਆਲ ਸਿੰਘ ਜੈਲਦਾਰ ਜੀ ਦੇ ਗ੍ਰਹਿ ਮਾਤਾ ਹਰਬੰਸ ਕੌਰ ਹੋਣਾ ਦੀ ਕੁੱਖੋਂ 7 ਜੁਲਾਈ 1948 ਨੂੰ ਪਿੰਡ ਚੀਮਾ ਖੁੱਡੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ, ਸੁਘੜ ਅਤੇ ਸਿਆਣੇ ਇਨਸਾਨ ਸਨ। ਮੁੱਢਲੀ ਸਿੱਖਿਆ ਆਪ ਜੀ ਨੇ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ। ਸਰਦਾਰ ਬੂਟਾ ਸਿੰਘ ਜੀ ਦੇ ਮਨ ਵਿੱਚ ਦੇਸ਼ ਭਗਤੀ ਦਾ ਜਜ਼ਬਾ ਬਚਪਨ ਤੋਂ ਹੀ ਸੀ। ਬਚਪਨ ਤੋਂ ਹੀ ਆਪ ਜੀ ਨੂੰ ਫੌਜ ਵਿੱਚ ਭਰਤੀ ਹੋਣ ਦਾ ਸ਼ੌਂਕ ਸੀ ਅਤੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਆਪ ਜੀ ਫੌਜ ਵਿੱਚ ਭਰਤੀ ਹੋਏ। ਆਪਣੀ ਫੌਜ ਦੀ ਨੌਕਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਕੀਤਾ। ਆਪ ਜੀ ਦਾ ਵਿਆਹ 10 ਮਾਰਚ 1974 ਨੂੰ ਸਰਦਾਰਨੀ ਗੁਰਵੰਤ ਕੌਰ ਹੋਣਾ ਨਾਲ ਹੋਇਆ। ਵਿਆਹ ਉਪਰੰਤ ਜਿੱਥੇ ਆਪ ਜੀ ਨੇ ਆਪਣੀ ਨੌਕਰੀ ਨੂੰ ਪੂਰੀ ਇਮਾਨਦਾਰੀ ਨਾਲ ਕੀਤਾ, ਉੱਥੇ ਹੀ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਆਪ ਜੀ ਦੇ ਘਰ 2 ਪੁੱਤਰਾਂ ਨੇ ਜਨਮ ਲਿਆ। ਆਪ ਜੀ ਨੇ ਆਪਣੇ ਪੁੱਤਰਾਂ ਦੀ ਪਾਲਣਾ ਪੋਸ਼ਣਾ ਬਹੁਤ ਹੀ ਚੰਗੇ ਤਰੀਕੇ ਨਾਲ ਕੀਤੀ। ਉਹਨਾਂ ਨੂੰ ਉੱਚ ਸਿੱਖਿਆ ਦਿਵਾਈ ਅਤੇ ਸਮਾਜ ਵਿੱਚ ਵਿਚਰਨ ਯੋਗ ਬਣਾਇਆ। ਅੱਜ ਆਪ ਜੀ ਦੇ ਬੱਚੇ ਆਪੋ ਆਪਣੇ ਖੇਤਰਾਂ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਰਹੇ ਹਨ ਅਤੇ ਆਪਣੇ ਪਿਤਾ ਜੀ ਦੇ ਨਾਮ ਨੂੰ ਚਾਰ ਚੰਨ ਲਗਾ ਰਹੇ ਹਨ। ਆਪ ਜੀ ਦੇ ਵੱਡੇ ਬੇਟੇ ਸਰਬਿੰਦਰ ਸਿੰਘ ਜੀ, ਜੋ ਕਿ ਇਸ ਸਮੇਂ ਪਰਿਵਾਰ ਸਮੇਤ ਕੈਨੇਡਾ ਸੈਟਲ ਹਨ ਅਤੇ ਉੱਥੋਂ ਦੇ ਹੀ ਵਸਨੀਕ ਹਨ, ਅਤੇ ਆਪ ਜੀ ਦੇ ਛੋਟੇ ਸੁਪੁੱਤਰ ਸਰਦਾਰ ਪਰਮਿੰਦਰ ਸਿੰਘ ਜੀ ਦੁਬਈ ਵਿੱਚ ਆਪਣਾ ਬਹੁਤ ਹੀ ਵਧੀਆ ਕਾਰੋਬਾਰ ਚਲਾ ਰਹੇ ਹਨ। ਸਰਦਾਰ ਜਰਨੈਲ ਸਿੰਘ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਿਆਰ ਬਰ ਤਿਆਰ ਰਹਿੰਦੇ ਸਨ। ਆਪ ਜੀ ਬਹੁਤ ਹੀ ਸੱਚੇ ਸੁੱਚੇ ਇਨਸਾਨ ਸਨ ਅਤੇ ਹਰ ਇੱਕ ਦੇ ਮੂੰਹ ਤੇ ਗੱਲ ਕਰਨ ਵਾਲੇ ਇਨਸਾਨ ਸਨ। ਆਪ ਜੀ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਹਮੇਸ਼ਾ ਹੀ ਵੱਧ ਚੜ ਕੇ ਹਿੱਸਾ ਲੈਂਦੇ ਸਨ। ਧਾਰਮਿਕ ਖਿਆਲਾਂ ਵਾਲੇ ਹੋਣ ਕਾਰਨ ਆਪ ਜੀ ਲੰਮੇ ਸਮੇਂ ਤੋਂ ਗੁਰਦੁਆਰਾ ਬਾਬਾ ਭੋਗੀ ਰਾਮ ਜੀ ਲੋਕਲ ਕਮੇਟੀ ਦੇ ਪ੍ਰਧਾਨ ਚੱਲੇ ਆ ਰਹੇ ਸਨ। ਆਪ ਜੀ ਬਹੁਤ ਹੀ ਮਿੱਠੀ ਬਾਣੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬਾਣੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਜੈਲਦਾਰ ਸਰਦਾਰ ਬੂਟਾ ਸਿੰਘ ਜੀ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰੇਮ ਦੇ ਘਰ ਦੇ ਵਿੱਚ ਆ ਕਰਕੇ ਕਹਿ ਰਹੇ ਹਨ ਕਿ ਭਾਈ ਸਿੱਖੋ ਹੋਰ ਹੁੰਗਲਾ ਮਾਰੀਏ ਤੇ ਭਾਈ ਕਨਈਏ ਜੀ ਨੂੰ ਹੋਰ ਸੇਵਾਵਾਂ ਦਈਏ। ਕਿਹੜੀਆਂ? ਗੁਰੂ ਕਲਗੀਧਰ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਕੀਤਾ, ਗੁਰਸਿੱਖਾਂ ਨੂੰ ਹੁਕਮ ਕੀਤਾ ਕਿ ਭਾਈ ਕਨਈਏ ਜੀ ਨੂੰ ਮਲਮ ਪੱਟੀ ਵੀ ਦੇ ਦਿਓ ਕਿ ਜੇ ਇਹਦੀ ਐਸੀ ਅਵਸਥਾ ਹੈ ਕਿ ਦੁਸ਼ਮਣਾਂ ਦੇ ਵਿੱਚ ਵੀ ਇਹ ਸਾਡਾ ਸਰੂਪ ਵੇਖ ਰਿਹਾ, ਤੇ ਫਿਰ ਭਾਈ ਕਨਈਆ ਜੀ ਜਿਹੜੇ ਮੁਗਲਾਂ ਡਿੱਗਿਆਂ ਨੂੰ ਫੱਟ ਲੱਗਿਆਂ ਨੂੰ ਤੁਸੀਂ ਪਾਣੀ ਪਿਆਉਣ ਦੀਆਂ ਸੇਵਾਵਾਂ ਨਿਭਾ ਰਹੇ ਹੋ, ਤੇ ਫਿਰ ਆ ਵੀ ਕਰਦੇ ਹੋ ਕਿ ਉਹਨਾਂ ਦੇ ਮਲਮ ਪੱਟੀ ਵੀ ਤੁਸੀਂ ਕਰੀ ਜਾਓ। ਤੇ ਗੁਰਮੁਖੋ ਪਿਆਰਿਓ, ਮਲਮ ਪੱਟੀ ਕਰਨ ਦਾ ਵੀ ਕੰਮ ਭਾਈ ਕਨਈਆ ਜੀ ਨੇ ਨਿਭਾਇਆ। ਇਹ ਹੈ ਭਾਵਨਾ ਦੀ ਸਿੱਖੀ। ਫਿਰ ਇੱਥੇ ਵੀ ਸਮਾਪਤੀ ਨਹੀਂ। ਬਾਬਾ ਰਾਮਪੁਰ ਜੀ, ਭਾਈ ਰਾਮਪੁਰ ਜੀ ਹੋਏ ਹਨ। ਉਹ ਮੈਂ ਪਹਿਲੇ ਭਾਗ ਦੀ ਪੜ੍ਹ ਰਿਹਾ ਸਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਟੀਕੇ ਤੋਂ ਕਿ ਭਾਈ ਰਾਮਪੁਰ ਜੀ ਜਾਂ ਬਾਬਾ ਰਾਮਪੁਰ ਜੀ ਸਤਿਕਾਰ ਦੇ ਨਾਲ ਕਹਿ ਲਈਏ ਤੇ 53 ਸਾਲ ਗੁਰੂ ਕਲਗੀਧਰ ਪਾਤਸ਼ਾਹ ਤੋਂ ਬਾਅਦ ਦੇ ਵਿੱਚ ਸੰਸਾਰ ਦੇ ਵਿੱਚ ਰਹੇ। ਭਾਵਨਾ ਵੱਲ ਖਿਆਲ ਮਾਰਿਓ, ਜਿੱਦਾਂ ਦੀ ਭਾਵਨਾ ਹੈ, ਜਿੱਦਾਂ ਦਾ ਪਿਆਰ ਹੈ ਸਤਿਗੁਰਾਂ ਦੇ ਚਰਨਾਂ ਦੇ ਨਾਲ, ਕਿ ਇਤਿਹਾਸ ਗਵਾਹੀ ਦਿੰਦਾ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਸੱਚਖੰਡ ਪਿਆਨਾ ਕਰ ਗਏ ਹਨ ਤੇ ਬਾਬਾ ਰਾਮਪੁਰ ਜੀ 53 ਸਾਲ ਇਤਿਹਾਸ ਗਵਾਹੀ ਦਿੰਦਾ ਹੈ
ਕਿ ਰੋਜ਼ਾਨਾ ਹੀ ਸਤਿਗੁਰਾਂ ਦੇ ਪ੍ਰਤੱਖ ਦਰਸ਼ਨ ਦਿਦਾਰੇ ਕਰਕੇ ਤੇ ਫੇਰ ਕਿਤੇ ਜਲ ਪਾਨ ਕਰਦਾ ਸੀ। ਇਹ ਹੈ ਭਾਵਨਾ ਦੀ ਸਿੱਖੀ, ਪਿਆਰ ਦੀ ਸਿੱਖੀ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਜੀ ਵਾਹਿਗੁਰੂ
ਜਿੰਦ ਨ ਕਾਈ ਵੇਖ, ਜਿੰਦ ਨ ਕਾਈ ਵੇਖ, ਜਿੰਦ ਨ ਕਾਈ ਵੇਖ, ਜਿੰਦ ਨ ਕਾਈ ਵੇਖ। ਵਾਰੀ ਆਪੋ ਆਪਣੀ, ਵਾਰੀ ਆਪੋ ਆਪਣੀ, ਵਾਰੀ ਆਪੋ ਆਪਣੀ, ਵਾਰੀ ਆਪੋ ਆਪਣੀ। ਚੱਲੇ ਮਸਾਇਕ ਸੇਖ, ਚੱਲੇ ਮਸਾਇਕ ਸੇਖ, ਚੱਲੇ ਮਸਾਇਕ ਸੇਖ, ਚੱਲੇ ਮਸਾਇਕ ਸੇਖ। ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਸੁਖ ਚਾਹੁੰਦੇ ਆ, ਦੁੱਖ ਨਹੀਂ ਕੋਈ ਵੀ ਚਾਹੁੰਦਾ। ਹਾਂ, ਵਾਰੀ ਅਨੁਸਾਰ ਦੁੱਖ ਆ ਜਾਂਦੇ ਨੇ, ਅਸੀਂ ਐਕਸੈਪਟ ਕਰ ਲੈਂਦੇ, ਅਸੀਂ ਉਹਨਾਂ ਨੂੰ ਹਟਾ ਲੈਂਦੇ ਆ, ਪਰ ਦੁੱਖਾਂ ਦਾ ਗਾਹਕ ਤੇ ਕੋਈ ਨਹੀਂ ਨਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ। ਸਤਿਗੁਰੂ ਕਹਿੰਦੇ ਨੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਹਿੰਦੇ ਦੁੱਖ ਤੇ ਸੁੱਖ ਦੋ ਤਨ ਦੇ ਕੱਪੜੇ ਨੇ, ਮਨੁੱਖ ਤੂੰ ਇਹਨਾਂ ਨੂੰ ਧਾਰਨ ਕਰਕੇ ਫਿਰ ਸੰਸਾਰ ਤੇ ਆਇਆ। ਮਤਲਬ ਬਈ ਦੁੱਖ ਵੀ ਆਉਣੇ ਨੇ ਤੇ ਸੁੱਖ ਵੀ ਆਉਣੇ ਆ। ਇਹੋ ਹੀ ਜ਼ਿੰਦਗੀ ਆ, ਇਹੋ ਹੀ ਜ਼ਿੰਦਗੀ ਆ। ਇਹਨੂੰ ਜਿਉਣਾ ਸਿੱਖ। ਜੋ ਡਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਮਾਣ ਤੇ ਅਪਮਾਨ, ਕਹਿੰਦੇ ਜੇ ਮਾਣ ਹੋਇਆ ਹੈ ਨਾ ਤੇ ਯਾਦ ਰੱਖੀ ਇੱਕ ਦਿਨ ਅਪਮਾਨ ਵੀ ਹੋਵੇਗਾ, ਅਪਮਾਨ ਵੀ ਹੋਵੇਗਾ। ਇਹ ਜ਼ਰੂਰੀ ਨਹੀਂ ਵੀ ਸਾਰੀ ਜ਼ਿੰਦਗੀ ਸਾਡਾ ਮਾਣ ਹੀ ਹੁੰਦਾ ਰਹੇ। ਤਤ ਬੇਤੇ ਮਹਾਂਪੁਰਸ਼ ਬਾਬਾ ਠਾਕੁਰ ਸਿੰਘ ਜੀ ਸੱਚਖੰਡ ਵਾਸੀ 16 ਸਾਲ ਮਹਾਂਪੁਰਸ਼ਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਭਾਈ ਗੁਰਦੇਵ ਸਿੰਘ ਜੀ ਬੈਠੇ ਨੇ, ਸਾਰਾ ਪਰਿਵਾਰ ਜਥੇਬੰਦੀ ਨਾਲ ਜੁੜਿਆ ਪਰਿਵਾਰ ਹੈ ਧੀਰੇ ਵਾਲਾ। ਰਹੋ ਵਿਚਾਰ, ਇੱਕ ਜਗ੍ਹਾ ਤੇ ਅਸੀਂ ਮਹਾਂਪੁਰਸ਼ਾਂ ਦੇ ਨਾਲ ਅਕਸਰ ਜਾਈਦਾ ਸੀ। ਲੁਧਿਆਣੇ ਤੋਂ ਅੱਗੇ ਸਮਾਗਮ ਸੀ, ਉਹਨਾਂ ਨੇ ਮਹਾਂਪੁਰਸ਼ਾਂ ਨੂੰ ਬੁਲਾਇਆ। ਸਾਡੀ ਕੀਰਤਨ ਦੀ ਡਿਊਟੀ ਸੀ, ਨਾਲ ਅਸੀਂ ਗਏ। ਯਾਦ ਰੱਖਿਓ 1.5 ਘੰਟਾ ਕੀਰਤਨ ਕੀਤਾ, 2 ਘੰਟੇ ਬਾਬਾ ਜੀ ਉੱਥੇ ਰਹੇ, ਕਿਸੇ ਨੇ ਬੁਲਾਇਆ ਹੀ ਨਹੀਂ। ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਹੁੰਦਾ ਹੈ ਕਈ ਵਾਰ ਬੁਲਾਇਆ ਨਹੀਂ, ਆਪੇ ਅਸੀਂ ਆ ਕੇ ਗੱਡੀ 'ਚ ਬੈਠ ਕੇ ਬੱਸ ਤੁਰ ਪਈ। ਰਸਤੇ 'ਚ ਆਏ ਨਾ ਕਿਲੋਮੀਟਰ ਆ ਗਏ ਤੇ ਰੋਕ ਕੇ ਬਾਬਾ ਜੀ ਕਹਿਣ ਲੱਗੇ, ਸਿੰਘੋ ਮਹਿਸੂਸ ਨਾ ਕਰਿਓ, ਕਦੇ ਕਦੇ ਇਸ ਤਰ੍ਹਾਂ ਵੀ ਹੋਣਾ ਚਾਹੀਦਾ ਹੈ, ਨਹੀਂ ਤੇ ਹਉਮੈ ਬਹੁਤੀ ਵੱਧ ਜਾਂਦੀ ਹੈ। ਇਹਨਾਂ ਨੇ ਜਲ ਪਾਣੀ ਤੇ ਕੀ ਪੁੱਛਣਾ ਸੀ, ਕਿਸੇ ਨੇ ਗੁਰਫਤਿਹ ਵੀ ਨਹੀਂ ਆਖੀ। ਚੰਗਾ ਹੋਇਆ ਕਹਿੰਦੇ, ਚੰਗਾ ਹੋਇਆ। ਕਿਉਂ? ਕਹਿੰਦੇ ਬਹੁਤਾ ਮਾਣ ਹੁੰਦਾ ਹੋਵੇ ਤੇ ਤਾਂ ਵੀ ਦਿਮਾਗ ਖਰਾਬ ਹੋ ਜਾਂਦਾ ਹੈ। ਬਰਾਬਰ ਬਣਿਆ ਰਹਿੰਦਾ ਹੈ। ਔਰ ਮਾਨ ਅਪਮਾਨਾ ਦੁੱਖ ਸੁੱਖ ਦੋਨੋਂ ਸਮ ਕਰ ਜਾਣਾ ਹੈ। ਔਰ ਮਾਨ ਅਪਮਾਨਾ, ਜਿਹੜੇ ਬੰਦੇ ਦਾ ਸਾਰੀ ਜ਼ਿੰਦਗੀ ਮਾਣ ਹੀ ਹੁੰਦਾ ਰਵੇ, ਮਾਫੀ ਦੇ ਦਿਓ ਜੇ ਹਉਮੈ ਰਸ ਲੈਂਦੇ ਹੋ। ਜ਼ਿੰਦਗੀ ਵਿੱਚ ਥੋੜਾ ਬਹੁਤਾ ਮਾਣ ਹੋਵੇ ਤੇ ਇਹ ਜਿਹੜਾ ਪਾਰਾ ਹੈ ਬਰਾਬਰ ਰਹਿੰਦਾ ਹੈ, ਬਰਾਬਰ ਰਹਿੰਦਾ। ਤਾਂ ਮੇਰੇ ਮਾਲਕ ਕਹਿੰਦੇ ਨੇ, ਕਹਿੰਦੇ ਦੁੱਖ ਤੇ ਸੁੱਖ ਵਿੱਚ ਰਹਿਣਾ ਸਿੱਖ ਲਾ, ਮਾਣ ਤੇ ਅਪਮਾਨ ਵਿੱਚ ਰਹਿਣਾ ਸਿੱਖ ਲਾ। ਇਹ ਨਹੀਂ ਕਿ ਜ਼ਿੰਦਗੀ ਵਿੱਚ ਮਾਣ ਹੀ ਹੋਈ ਗਿਆ, ਮਾਣ ਹੀ ਹੋਈ ਗਿਆ, ਕਿਸੇ ਨੇ ਅਪਮਾਨ ਕਰ ਦਿੱਤਾ, ਬਰਦਾਸ਼ਤ ਨਾ ਹੋਇਆ, ਜਾਂ ਅਗਲੇ ਦਾ ਸਿਰ ਪਾੜਤਾ ਤੇ ਜਾਂ ਆਪ ਦਾ ਪੜਾ ਦਿਆ। ਕਹਿੰਦੇ ਫਿਰ ਤੇ ਚੰਗਾ। ਦੁੱਖ ਤੇ ਸੁੱਖ ਵਿੱਚ ਰਹਿਣਾ ਸਿੱਖ, ਮਾਣ ਤੇ ਅਪਮਾਨ ਵਿੱਚ ਰਹਿਣਾ ਸਿੱਖ। ਇਹੋ ਹੀ ਕਹਿੰਦੇ ਗੁਰੂ ਕੇ ਸਿੱਖ ਦਾ ਕਰਮ ਹੈ। ਜੇ ਸਹੀ ਇਨਸਾਨ ਬਣ ਕੇ ਤੂੰ ਸੰਸਾਰ ਵਿੱਚ ਜਿਉਣਾ ਹੈ, ਕਿਉਂ ਸਤਿਗੁਰਾਂ ਨੇ ਸਮਝਾਇਆ, ਕਹਿੰਦੇ ਯਾਦ ਰੱਖੀ ਆਉਣਾ ਦੁੱਖ ਵੀ ਹੈ, ਆਉਣਾ ਸੁੱਖ ਵੀ ਹੈ, ਹੋਣਾ ਮਾਣ ਵੀ ਹੈ, ਹੋਣਾ ਅਪਮਾਨ ਵੀ ਹੈ।
ਜੇਕਰ ਤੂੰ ਇਹਦੇ ਵਿੱਚ ਰਹਿਣਾ ਸਿੱਖ ਲਵੇਗਾ ਤੇ ਤੇਰਾ ਜੀਵਨ ਜਿਹੜਾ ਉਹ ਸਫਲ ਹੋ ਜਾਵੇਗਾ। ਤੈਨੂੰ ਐਉਂ ਕਹਿ ਲਈਏ ਜਿਉਣ ਦੀ ਜਾਚ ਆ ਜਾਵੇਗੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਸ ਇਹੋ ਹੀ ਆ ਪਰਮੇਸ਼ਰ ਦਾ ਭਾਣਾ। ਬੱਚੇ ਦਾ ਜਨਮ ਹੋਇਆ ਤਾਂ ਵੀ ਮਾਲਕ ਤੇਰੀ ਰਜ਼ਾ ਹੈ। ਘਰ ਵਿੱਚ ਕਿਸੇ ਦੀ ਮੌਤ ਹੋਈ ਤਾਂ ਵੀ ਮਾਲਕ ਤੇਰੀ ਰਜ਼ਾ ਹੈ। ਆਪਣੇ ਮਨਾਂ ਦੀਆਂ ਬਿਰਤੀਆਂ ਨੂੰ ਚੰਦ ਮਿੰਟ ਦਮਦਮਾ ਸਾਹਿਬ ਲੈ ਕੇ ਚੱਲੀਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਮੁੜ ਕੀਤੀ ਸੀ, ਜਿਹੜੇ ਸਰੂਪ ਦੇ ਆਪਾਂ ਦਰਸ਼ਨ ਕਰ ਰਹੇ ਹਾਂ। ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਈ ਮਨੀ ਸਿੰਘ ਨੂੰ ਲਖਾਰੀ ਲਗਾ ਕੇ ਵਿਦਵਾਨਾਂ ਨੇ, ਕਿਸੇ ਨੇ ਸਾਲ ਆਖਿਆ, ਕਿਸੇ ਨੇ 2 ਸਾਲ ਦਾ ਅਰਸਾ ਆਖਿਆ ਵੀ ਸਤਿਗੁਰੂ ਦਮਦਮਾ ਸਾਹਿਬ ਰਹੇ ਨੇ। ਰੋ ਵਿਚਾਰੇ ਵੱਖਰਾ ਵਿਸ਼ਾ। ਇੱਕ ਦਿਨ ਕਲਗੀਧਰ ਪਾਤਸ਼ਾਹ ਇਕਾਂਤ ਵਿੱਚ ਬੈਠੇ ਨੇ ਤੇ ਪਿਆਰੇ ਦਇਆ ਸਿੰਘ ਸਤਿਗੁਰਾਂ ਦੇ ਕੋਲ। ਯਾਦ ਰੱਖਿਓ ਜੇ ਕਿਸੇ ਗੁਰੂ ਕੇ ਸਿੰਘ ਨੇ ਸਭ ਤੋਂ ਵੱਧ ਸਾਥ ਦਿੱਤਾ ਹੈ ਕਲਗੀਆਂ ਵਾਲੇ ਦਾ ਤੇ ਜ਼ਿਕਰ ਆਉਂਦਾ ਹੈ ਪਿਆਰੇ ਦਇਆ ਸਿੰਘ ਦਾ। ਪਿਆਰੇ ਦਇਆ ਸਿੰਘ ਹਰੇਕ ਸਮੇਂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਰਹੇ ਨੇ, ਹਜੂਰ ਸਾਹਿਬ ਤੱਕ, ਨਾਂਦੇੜ ਤੱਕ। ਰੋ ਵਿਚਾਰ ਉਮਰ ਵਿੱਚ ਕੁਝ ਕਲਗੀਧਰ ਪਾਤਸ਼ਾਹ ਜੀ ਤੋਂ ਵੱਡੇ ਸਨ, ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਵੇਲੇ ਗੁਰੂ ਘਰ ਆਏ ਸਨ। ਰੋ ਵਿਚਾਰ ਪਿਆਰੇ ਦਇਆ ਸਿੰਘ ਨੇ ਇਕਾਂਤ ਵੇਖ ਕੇ, ਕੱਲਿਆਂ ਵੇਖ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਇੱਕ ਬੇਨਤੀ ਕੀਤੀ। ਬਚਨ ਬੜਾ ਪਿਆਰਾ ਹੈ, ਭਾਣਾ ਅਸੀਂ ਕਿਵੇਂ ਮੰਨਣਾ ਹੈ ਔਰ ਭਾਣੇ ਮੰਨਣ ਦੀ ਜਾਚ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਕਿਵੇਂ ਸਿਖਾਈ ਹੈ, ਇਹ ਬਚਨ ਆਪਾਂ ਸਾਂਝਾ ਕਰਕੇ ਤੇ ਭਾਣੇ ਵਾਲਾ ਸ਼ਬਦ ਜਿਹੜਾ ਆਰੰਭ ਕੀਤਾ ਹੈ ਉਹ ਸ਼ਬਦ ਦਾ ਕੀਰਤਨ ਕਰਨਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਕੱਲਿਆਂ ਦੇਖ ਕੇ ਪਿਆਰੇ ਦਇਆ ਸਿੰਘ ਨੇ ਇੱਕ ਬੇਨਤੀ ਕੀਤੀ, ਸਤਿਗੁਰੂ ਇੱਕ ਮਨ ਵਿੱਚ ਗਿਲਾ ਹੈ ਤੁਹਾਡੇ ਨਾਲ, ਗਿਲਾ ਮੈਂ ਕਰ ਲਵਾਂ, ਸਾਂਝਾ ਕਰ ਲਵਾਂ ਤੁਹਾਡੇ ਨਾਲ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮਨ ਤੋਂ ਮੁਸਕਰਾਏ, ਕਹਿਣ ਲੱਗੇ ਦਇਆ ਸਿੰਘਾ ਇੰਨੇ ਚਿਰ ਦਾ ਗਿਲਾ ਲਈ ਫਿਰਦਾ ਹੈ ਮਨ ਵਿੱਚ ਤੇ ਅਜੇ ਤੱਕ ਸਾਂਝਾ ਨਹੀਂ ਕੀਤਾ, ਹਰ ਵੇਲੇ ਤੇ ਨਾ ਦੇਣਾ। ਕਹਿਣ ਲੱਗਾ ਜੀ ਮੌਕਾ ਅੱਜ ਮਿਲਿਆ, ਉਹ ਵੀ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਤੁਹਾਡੇ ਨਾਲ ਗਿਲਾ ਸਾਂਝਾ ਕਰਾਂ। ਸਤਿਗੁਰੂ ਕਹਿਣ ਲੱਗੇ ਹਾਂ ਦਇਆ ਸਿੰਘਾ ਗਿਲਾ ਕਰ, ਸਾਂਝਾ ਕਰ। ਜੇ ਅਸੀਂ ਸਵਾਲ ਕਿਸੇ ਨੂੰ ਪੁੱਛਾਂਗੇ ਤਾਂ ਹੀ ਉਹਦਾ ਉੱਤਰ ਮਿਲੇਗਾ ਨਾ। ਗੁਸਤਾਖੀ ਮਾਫ ਕਰਿਓ ਤੇ ਅੱਜ ਕੱਲ ਬਹੁਤੇ ਵਖਰੇਵੇਂ ਇਸੇ ਕਰਕੇ ਵੱਧ ਗਏ ਨੇ, ਨਾ ਅਸੀਂ ਕਿਸੇ ਨੂੰ ਦਿਲ ਦੀ ਗੱਲ ਦੱਸਦੇ ਆ ਤੇ ਨਾ ਕਿਸੇ ਤੋਂ ਦਿਲ ਦੀ ਗੱਲ ਸੁਣ ਕੇ ਰਾਜੀ ਆ, ਆਪਣੇ ਆਪਣੇ ਕੰਮਾਂ 'ਚ ਮਸ਼ਰੂਫ ਹੋ ਗਏ ਆ। ਇਸ ਮੋਬਾਈਲ ਨੇ ਸਾਡਾ ਸੁੱਖ ਤੇ ਚੈਨ ਖੋਲੇ। ਮਾਫੀ ਦੇ ਦਿਓ। ਇੱਕ ਪ੍ਰਚਾਰ ਹੋਣ ਦੇ ਨਾਤੇ ਮੈਂ ਵਿੱਚ ਇਹ ਵੀ ਬੇਨਤੀ ਕਰਦਾ ਜਾਂਦਾ, ਇੱਕ ਦੂਸਰੇ ਨਾਲ ਸਾਡੇ ਸੰਬੰਧ ਟੁੱਟ ਗਏ। ਮੇਰੇ ਮਨ ਵਿੱਚ ਕਿਸੇ ਦੇ ਪ੍ਰਤੀ ਗਿਲ ਹੈ, ਮੈਂ ਸਾਂਝਾ ਕਰ ਲਵਾਂ, ਪਰ ਗੁਸਤਾਖੀ ਮਾਫ ਸਮਾਂ ਹੋਵੇ ਤੇ ਸਾਂਝਾ ਕਰਾਂ। ਕੰਮ ਧੰਦੇ ਇੰਨੇ ਵਧਾ ਲਏ ਨੇ, ਜੇ ਘਰ ਵਿੱਚ ਆਏ ਆ ਤੇ ਆਪੋ ਆਪਣੇ ਫੋਨਾਂ ਦੇ ਉੱਪਰ ਬੈਠੇ ਆ, ਕਿਸੇ ਨਾਲ ਗੱਲ ਕੋਈ ਨਹੀਂ, ਕਿਸੇ ਨਾਲ ਬਾਤ ਕੋਈ। ਬੱਚਿਆਂ ਦਾ ਵੀ ਇਹੋ ਹਾਲ ਹੈ, ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ। ਗੁਸਤਾਖੀ ਮਾਫ। ਆ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ ਮੈਂ ਤੁਹਾਡੀ ਕਿਰਪਾ ਨਾਲ ਜ਼ਿਆਦਾ ਜੋ ਵੈਸੇ ਨਹੀਂ, ਮੈਂ 3-4 ਮਹੀਨਿਆਂ ਦੇ ਵਿੱਚ ਮੈਂ ਦੇਖਿਆ ਸਾਡੇ ਕਿੰਨੇ ਜੰਗ ਬੱਚੇ ਖੁਦਕੁਸ਼ੀਆਂ ਕਰ ਗਏ। ਮੈਂ ਅਕਸਰ ਭੋਗਾਂ ਤੇ ਜਾਈਦਾ ਤੇ ਪਤਾ ਲੱਗਦਾ ਕੀ ਗੱਲ ਹੋਈ, ਕਹਿੰਦੇ ਆ ਗੱਲ ਕਿਉਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਔਰ ਬੱਚੇ ਹੀ ਨਹੀਂ ਸਿਆਣੇ ਵੀ ਹੋ ਰਹੇ ਨੇ। ਕਾਰਨ ਕੀ, ਇੱਕ ਦੂਜੇ ਦੇ ਨਾਲ ਅਸੀਂ ਕਦੇ ਦਿਲ ਦੀ ਗੱਲ ਸਾਂਝੀ ਨਹੀਂ ਕੀਤੀ, ਛੱਡ ਦਿੱਤਾ ਹੈ। ਜੁਆਇੰਟ ਫੈਮਲੀਆਂ ਸਨ, ਇੱਕ ਦੂਜੇ ਨਾਲ ਗੱਲਾਂ ਬਾਤਾਂ ਹੁੰਦੀਆਂ ਸਨ, ਮਨ ਦੇ ਗੁਬਾਰ ਹੌਲੇ ਹੁੰਦੇ ਸਨ। ਹੁਣ ਤੇ ਕੱਲੇ ਹੋ ਗਏ ਤੇ ਫੋਨ ਨੇ ਹੋਰ ਕੱਲੇ ਕਰ ਦਿੱਤੇ। ਰਹੋ ਵਿਚਾਰ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਦਇਆ ਸਿੰਘਾ ਕਰ ਗਿਲਾ, ਕੀ ਗਿਲਾ ਹੈ? ਕਹਿਣ ਲੱਗਾ ਜੀ 4 ਪੁੱਤਰ ਤੁਹਾਡੇ ਘਰ ਜਨਮ ਲੈ ਕੇ ਆਏ, 4 ਪੁੱਤਰ। ਸੰਸਾਰ ਨੇ ਉਹਨਾਂ ਨੂੰ ਸਾਹਿਬਜ਼ਾਦੇ ਆਖਿਆ, ਬੜਾ ਮਾਣ ਤੇ ਬੜਾ ਸਨਮਾਨ ਹੈ ਉਹਨਾਂ ਦਾ। ਸਤਿਗੁਰੂ ਕਹਿਣ ਲੱਗੇ ਫਿਰ? ਕਹਿਣ ਲੱਗਾ ਜੀ 4 ਚਲੇ ਗਏ ਜੋ ਉਹਨਾਂ ਦੇ ਜਾਣ ਦਾ ਤੁਹਾਨੂੰ ਦੁੱਖ ਨਹੀਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦੇ ਜਾਣ ਦਾ ਤੁਹਾਨੂੰ ਦੁੱਖ ਨਹੀਂ। ਕਦੇ ਵੀ ਫਤਿਹ ਸਿੰਘ ਨਹੀਂ ਚੇਤੇ ਆਇਆ, 7 ਸਾਲ ਦਾ ਸੀ, ਚਲੇ ਗਏ। ਇਸ ਉਮਰ ਵਿੱਚ ਤੇ ਬੱਚਿਆਂ ਨੂੰ ਮਾਤਾ ਪਿਤਾ ਦੀ ਬੜੀ ਲੋੜ ਹੁੰਦੀ ਹੈ, ਉਹਨਾਂ ਦੀ ਯਾਦ ਨਹੀਂ ਆਈ, ਕਦੇ ਉਹਨਾਂ ਦਾ ਖਿਆਲ ਨਹੀਂ ਆਇਆ। ਮੈਂ ਨਹੀਂ ਦੇਖਿਆ ਤੁਹਾਡੀ ਅੱਖ ਵਿੱਚੋਂ ਕਦੇ ਹੰਝੂ ਟਪਕਿਆ ਹੋਵੇ। ਇਹਦਾ ਮਤਲਬ ਉਹਨਾਂ ਦੇ ਜਾਣ ਦਾ ਤੁਹਾਨੂੰ ਦੁੱਖ ਨਹੀਂ। ਤੇ ਕਲਗੀਧਰ ਪਾਤਸ਼ਾਹ ਕੁਝ ਸਮਾਂ ਚੁੱਪ ਹੋ ਗਏ ਤੇ ਬਚਨ ਜਿਹੜਾ ਮੂੰਹ ਚੋਂ ਨਿਕਲਿਆ ਨਾ ਸਤਿਗੁਰਾਂ ਦੇ, ਕਿਸੇ ਕਵੀ ਨੇ ਬੜਾ ਸੋਹਣਾ ਕਲਮਬੰਦ ਕੀਤਾ ਹੈ। ਉਹ ਕਹਿੰਦੇ ਸਤਿਗੁਰਾਂ ਨੇ ਆਖਿਆ, ਐਵੇਂ ਸਿੰਘਾ ਪਾਈ ਜਾਂਦੇ ਮੋਹ ਦੀਆਂ ਤੰਦੀਆਂ, ਸਿੱਖੀ ਦੀਆਂ ਵਾਟਾਂ ਜੇ ਹੋਰ ਵੀ ਨੇ ਲੰਬੀਆਂ। ਕਿਉਂ ਮੈਨੂੰ ਮੋਹ ਦੀਆਂ ਤੰਦਾਂ ਵਿੱਚ ਉਲਝਾਉਣਾ ਚਾਹੁੰਦਾ? ਯਾਦ ਰੱਖਿਓ ਜੀ, ਇਹ ਜਿਹੜਾ ਮੋਹ ਹੈ, ਜੇ ਮੋਹ ਨਾ ਹੋਵੇ ਤੇ ਮਾਂ ਬੱਚੇ ਦੀ ਪਰਵਰਿਸ਼ ਨਹੀਂ ਕਰ ਸਕਦੀ। ਮੋਹ ਜ਼ਰੂਰੀ ਹੈ।
ਜੇ ਕਾਮ ਨਹੀਂ ਤੇ ਸੰਸਾਰ ਦੀ ਉਤਪਤੀ ਨਹੀਂ। ਗੁਸਤਾਖੀ ਮਾਫ, ਜੇ ਬੰਦੇ ਵਿੱਚ ਥੋੜਾ ਜਿਹਾ ਕ੍ਰੋਧ ਨਹੀਂ ਨਾ ਤੇ ਲੋਕੀ ਹਿੱਸਾ ਹੀ ਖੋ ਲੈਂਦੇ ਨੇ। ਇਹ ਸਭ ਕੁਝ ਚਾਹੀਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜ਼ਰੂਰਤਾਂ ਨੇ। ਪਰ ਸਾਡੇ ਗੁਰੂ ਸਾਹਿਬ ਨੇ ਕਿਉਂ ਆਖਿਆ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣਾ ਹੈ? ਕਹਿੰਦੇ ਜਦੋਂ ਲੋੜ ਤੋਂ ਵੱਧ ਜਾਂਦੀਆਂ ਨੇ ਨੁਕਸਾਨ ਕਰਦੀਆਂ ਨੇ। ਸੀਮਾ ਵਿੱਚ ਕਾਮ ਤੇ ਸੰਸਾਰ ਦੀ ਉਤਪਤੀ, ਸੀਮਾ ਤੋਂ ਉੱਪਰ ਚਲੇ ਗਿਆ ਤੇ ਬਲਾਤਕਾਰੀ ਨੂੰ ਕੌਣ ਚੰਗਾ ਸਮਝਦਾ ਹੈ? ਕਹਿੰਦੇ ਜ਼ਿੰਦਗੀ ਵਿੱਚ ਕਿਸੇ ਵਸਤੂ ਨਾਲ ਤੂੰ ਮੋਹ ਕਰਦਾ ਹੈ, ਜਿੰਨਾ ਜ਼ਿਆਦਾ ਮੋਹ ਕਰੇਗਾ ਨਾ, ਜਦੋਂ ਵਸਤੂ ਤੇਰੇ ਤੋਂ ਦੂਰ ਜਾਵੇਗੀ ਉਹਨਾਂ ਤੈਨੂੰ ਦੁਖੀ ਕਰਕੇ ਜਾਵੇਗੀ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨਾਂ ਦੁਖੀ ਕਰਕੇ ਜਾਵੇਗੀ। ਉਦਾਹਰਨ ਦੇ ਤੌਰ ਤੇ ਆਪਾਂ ਕਹਿ ਦਿੰਦੇ ਆ ਕਿ ਮਾਤਾ ਪਿਤਾ ਵਾਸਤੇ ਬੱਚੇ 2 ਹੋਣ 4 ਹੋਣ, ਸਾਰਿਆਂ ਨੂੰ ਇੱਕੋ ਜਿਹਾ ਪਿਆਰ ਦਿੰਦਾ ਹੈ ਮਾਤਾ ਪਿਤਾ। ਪਰ ਯਾਦ ਰੱਖਿਓ, ਜੇ ਇੱਕੋ ਬੱਚਾ ਹੋਵੇ ਨਾ, ਇੱਕੋ ਹੀ, ਤੇ ਜਦੋਂ ਵਿਦੇਸ਼ ਨੂੰ ਜਾਂਦਾ ਹੈ ਤੇ ਮਾਂ ਦਾ ਰੋਣਾ ਨਹੀਂ ਸੰਭਾਲਿਆ ਜਾਂਦਾ। ਤੇ ਜੇ 2 ਹੋਣ ਤੇ ਗੁਸਤਾਖੀ ਮਾਫ ਘੱਟ ਹੁੰਦਾ। ਜੇ ਕੋਈ ਨਹੀਂ, ਇੱਕ ਪੁੱਤਰ ਮੇਰੇ ਕੋਲ ਹੈਗਾ, ਇੱਕ ਹੈਗਾ, ਫਰਕ ਤੇ ਪੈਂਦਾ ਕਿਉਂ? ਇੱਕ ਹੋਰ ਚੀਜ਼ ਕਹਿੰਦੇ, ਕੋਈ ਨਾ ਕੋਈ ਔਲਾਦ ਵਿੱਚ ਇਹੋ ਜਿਹਾ ਜੀ ਜ਼ਰੂਰ ਹੁੰਦਾ ਹੈ, ਚਾਹੇ ਧੀ ਹੋਵੇ ਚਾਹੇ ਪੁੱਤਰ ਹੋਵੇ, ਜਿਹਦੇ ਨਾਲ ਮਾਤਾ ਪਿਤਾ ਦਾ ਮੋਹ ਜ਼ਿਆਦਾ ਹੁੰਦਾ ਹੈ, ਜ਼ਿਆਦਾ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਯਾਦ ਰੱਖੀ, ਜਿਹੜੀ ਵਸਤੂ ਪ੍ਰਾਪਤੀ ਦੇ ਵੇਲੇ ਤੈਨੂੰ ਬਹੁਤਾ ਖੁਸ਼ੀ ਦੇਵੇਗੀ ਨਾ, ਜਦੋਂ ਵਸਤੂ ਤੇਰੇ ਤੋਂ ਦੂਰ ਜਾਵੇਗੀ ਤੈਨੂੰ ਬਹੁਤਾ ਦੁਖੀ ਕਰੇਗੀ। ਇਸ ਵਾਸਤੇ ਬਰਾਬਰ ਮੋਹ ਰੱਖੀ, ਮੋਹ ਨੂੰ ਵਧਾਈ ਨਾ, ਇਹਨੂੰ ਵਧਣ ਨਾ ਦੇਈ। ਜਦੋਂ ਇਹ ਸੀਮਾ ਚ ਰਹੇਗਾ ਤੇ ਬੱਚਿਆਂ ਦੀ ਪਰਵਰਿਸ਼ ਤੂੰ ਸਹੀ ਤਰੀਕੇ ਨਾਲ ਕਰ ਸਕਣਾ ਹੈ। ਜਦੋਂ ਸੀਮਾ ਤੋਂ ਉੱਪਰ ਚਲੇ ਗਿਆ ਤੇ ਯਾਦ ਰੱਖੀ, ਇੱਕ ਦਿਨ ਦੁੱਖ ਦਾ ਕਾਰਨ ਬਣੇਗਾ। ਤੇ ਜੇਕਰ ਮੇਰੇ ਤੇ ਯਕੀਨ ਨਾ ਆਵੇ ਤੇ ਪੁੱਛ ਲਿਓ ਆਪਣੇ ਬਾਬੇ ਨੂੰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਸੂਕਰ ਜੋਣ ਪਲ ਪਲ ਅਵਤਰੈ। ਬੜੀਆਂ ਉਦਾਹਰਨਾਂ ਦਿੱਤੀਆਂ ਨੇ, ਸਮਾਂ ਨਹੀਂ ਮੈਂ ਉਸ ਪਾਸੇ ਜਾਵਾਂ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਐਵੇਂ ਸਿੰਘਾਂ ਪਾਈ ਜਾਂਦਾ ਮੋਹ ਦੀਆਂ ਤੰਦੀਆਂ, ਸਿੱਖੀ ਦੀਆਂ ਵਾਟਾਂ ਜੇ ਹੋਰ ਵੀ ਨੇ ਲੰਮੀਆਂ। ਤੂੰ ਪੁੱਛਿਆ ਵੀ 4 ਸਾਹਿਬਜ਼ਾਦੇ ਆਏ, 4 ਚਲੇ ਗਏ, ਉਹਨਾਂ ਦੇ ਜਾਣ ਦਾ ਦੁੱਖ ਨਹੀਂ? ਲੈ ਮੈਂ ਤੈਨੂੰ ਸਮਝਾਉਣ ਲੱਗਾ ਵਾਂ, ਮੈਨੂੰ ਦੁੱਖ ਹੈ ਕਿ ਨਹੀਂ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਸਮਝਾਉਣ ਦਾ ਤਰੀਕਾ ਕਿੱਡਾ ਪਿਆਰਾ ਚੁਣਿਆ ਸਤਿਗੁਰਾਂ ਨੇ। ਸਤਿਗੁਰੂ ਕਹਿਣ ਲੱਗੇ, ਰੇਤਲੀ ਧਰਤੀ ਹੱਥ ਦੇ ਨਾਲ ਧਰਤੀ ਸਾਫ਼ ਕਰ। ਪਿਆਰੇ ਦਇਆ ਸਿੰਘ ਨੇ ਧਰਤੀ ਨੂੰ ਸਾਫ਼ ਕੀਤਾ ਹੈ। ਤੇ ਮੇਰੇ ਮਾਲਕ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਉਂਗਲ ਦੇ ਨਾਲ 4 ਲੀਕਾਂ ਖਿੱਚ ਧਰਤੀ ਦੇ ਉੱਪਰ। 4 ਲੀਕਾਂ ਖਿੱਚੀਆਂ ਪਿਆਰੇ ਦਇਆ ਸਿੰਘ ਨੇ। ਸਤਿਗੁਰੂ ਕਹਿੰਦੇ, ਕੋਈ ਚਾਅ ਚੜਿਆ? ਖੁਸ਼ੀ ਹੋਈ ਮਨ ਚ? ਕਹਿਣ ਲੱਗਾ ਜੀ ਕਾਹਦੀ? ਸਤਿਗੁਰੂ ਕਹਿਣ ਲੱਗੇ, ਲੀਕਾਂ 4 ਖਿੱਚੀਆਂ ਨੇ ਨਾ। ਕਹਿਣ ਲੱਗਾ ਜੀ ਕੋਈ ਚਾਅ ਨਹੀਂ ਚੜਿਆ। ਤੇ ਮੇਰੇ ਪਾਤਸ਼ਾਹ ਕਹਿੰਦੇ, ਫਿਰ ਇਸ ਤਰ੍ਹਾਂ ਕਰ, ਲੀਕਾਂ ਮਿਟਾ ਦੇ, ਲੀਕਾਂ ਮਿਟਾ ਦੇ। ਜੇ ਲੀਕਾਂ ਖਿੱਚ ਕੇ ਚਾਅ ਨਹੀਂ ਚੜਿਆ, ਰੱਖ ਕੇ ਕੀ ਕਰਨਾ ਹੈ? ਲੀਕਾਂ ਮਿਟਾ ਦੇ। ਪਿਆਰੇ ਦਇਆ ਸਿੰਘ ਨੇ ਹੱਥ ਮਾਰਿਆ, ਲੀਕਾਂ ਮਿਟ ਗਈਆਂ। ਮੇਰੇ ਪਾਤਸ਼ਾਹ ਕਹਿੰਦੇ, ਕੋਈ ਅਫਸੋਸ ਹੋਇਆ, ਕੋਈ ਦੁੱਖ ਹੋਇਆ? ਕਹਿਣ ਲੱਗਾ ਜੀ ਕਾਹਦਾ? ਸਤਿਗੁਰੂ ਕਹਿੰਦੇ, ਲੀਕਾਂ ਦੇ ਮਿਟ ਜਾਣ ਦਾ ਦੁੱਖ ਨਹੀਂ? ਕਹਿਣ ਲੱਗਾ ਨਹੀਂ ਜੀ, ਕੋਈ ਦੁੱਖ ਨਹੀਂ। ਤੁਸੀਂ ਕਿਹਾ ਸੀ ਲੀਕਾਂ ਖਿੱਚ ਦਿਓ, ਮੈਂ ਲੀਕਾਂ ਖਿੱਚੀਆਂ, ਕੋਈ ਚਾਅ ਨਹੀਂ ਚੜਿਆ। ਤੁਸੀਂ ਕਿਹਾ ਸੀ ਲੀਕਾਂ ਮਿਟਾ ਦਿਓ, ਮੈਂ ਮਿਟਾ ਦਿੱਤੀਆਂ ਨੇ, ਕੋਈ ਦੁੱਖ ਨਹੀਂ ਹੋਇਆ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਦਇਆ ਸਿੰਘ ਜੀ ਤੁਸੀਂ ਤੇ ਸਾਡੇ ਪੱਕੇ ਸੰਗੀ ਹੋ। ਵਾਰ-ਵਾਰ ਸਾਹਿਬਜ਼ਾਦੇ ਸਾਡੇ ਘਰ ਜਨਮ ਲੈ ਕੇ ਆਏ। ਤੁਸੀਂ ਦੇਖਿਆ ਵੀ ਅਸੀਂ ਅਨੰਦਪੁਰ ਦੇ ਕੋਠਿਆਂ ਤੇ ਦੀਵੇ ਜਗਾਏ ਹੋਣ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਸੀਂ ਦੇਖਿਆ ਸੀ ਉਹਨਾਂ ਦਾ ਬਹੁਤਾ ਮੋਹ ਕੀਤਾ ਹੋਵੇ, ਉਹਨਾਂ ਦੇ ਆਉਣ ਦੀ ਬਹੁਤੀ ਖੁਸ਼ੀ ਕੀਤੀ ਹੋਵੇ। ਅਸੀਂ ਅਨੰਦਪੁਰ ਦੇ ਕੋਠਿਆਂ ਤੇ ਖੁਸ਼ੀ ਵਿੱਚ ਦੀਵੇ ਨਹੀਂ ਸਨ ਜਗਾਏ। ਆ 2 ਮਹੀਨੇ ਹੋ ਗਏ ਅਸੀਂ ਸਮਾਗਮ ਤੇ ਗਏ ਸਾਂ ਤੇ ਰੋ ਵਿਚਾਰ ਕਿਸੇ ਨੂੰ ਮਿਲਿਆ, ਉਹਨੇ ਆਖਿਆ ਵੀ ਬੱਚੇ ਦਾ ਅਸੀਂ ਧਮਾਨ ਕੀਤਾ ਏ ਤੇ ਭਾਈ ਸਾਹਿਬ ਦੇ ਲੱਖ ਰੁਪਏ ਤੋਂ ਉੱਪਰ ਦੇ ਅਸੀਂ ਕਾਰਤੂਸ ਹੀ ਫੂਕ ਦਿੱਤੇ। ਕਾਰਤੂਸ ਤੁਸੀਂ ਜਾਣਦੇ ਹੋ, ਗੋਲੀਆਂ। ਕਾਹਦੇ ਵਾਸਤੇ? ਇਹ ਬੱਚੇ ਦਾ ਧਮਾਨ ਸੀ, ਖੁਸ਼ੀ ਕੀਤੀ, ਖੁਸ਼ੀ। ਪਰ ਯਾਦ ਰੱਖੀ, ਖੁਸ਼ੀ ਕਰਨ ਵਾਲਿਆ ਜਿੱਦਨ ਇਹ ਸੰਸਾਰ ਤੋਂ ਗਿਆ ਤੈਨੂੰ ਉਹਨਾਂ ਹੀ ਦੁਖੀ ਕਰਕੇ ਜਾਵੇਗਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਕਹਿਣ ਲੱਗੇ, ਦਇਆ ਸਿੰਘਾ 4 ਆਏ, ਮੈਂ ਅਨੰਦਪੁਰ ਦੇ ਕੋਠਿਆਂ ਤੇ ਦੀਵੇ ਨਹੀਂ ਸਨ ਜਗਾਏ ਤੇ 4 ਚਲੇ ਗਏ ਨੇ। ਉਹਨਾਂ ਦੇ ਜਾਣ ਦਾ ਮੈਨੂੰ ਬਹੁਤਾ ਦੁੱਖ ਨਹੀਂ। ਕਿਉਂ? ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਜਿਨੇ ਭੇਜੇ ਅਸੀਂ ਉਹਨੇ ਬੁਲਾ ਲਿਆ ਹੈ। ਜਿਸ ਦੀ ਵਸਤੂ ਸੋਈ ਲੈ ਜਾਏਗਾ, ਰੋਜ਼ ਕਿਸੇ ਸੋ ਕੀਜੇ। ਜਿਹਦੀ ਵਸਤੂ ਹੈ ਉਹਨੇ ਲੈ ਜਾਣਾ ਹੈ। ਮੈਂ ਕਿਸੇ ਨਾਲ ਕਾਹਦਾ ਰੋਸ ਕਰਾਂ? ਮੈਂ ਕਿਸੇ ਨੂੰ ਕਾਹਦਾ ਮਿਹਣਾ ਦੇਵਾਂ? ਮੈਂ ਕਿਸੇ ਨੂੰ ਕਾਹਦਾ ਉਲਾਂਭਾ ਦੇਵਾਂ?
दया ਸਿੰਘਾ ਤੇ ਮਾਲਕ ਦੀਆਂ ਚੀਜ਼ਾਂ ਨੇ ਮਾਲਕ ਭੇਜਦਾ ਹੈ ਇੱਕ ਦਿਨ ਮਾਲਕ ਲੈ ਜਾਂਦਾ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਸੇ ਕੋਲੋਂ ਵਸਤੂ ਮੰਗ ਕੇ ਲਿਆਈਏ ਨਾ ਵੀ ਆ ਵਸਤੂ ਅਸੀਂ 2 ਦਿਨ ਤੇਰੀ ਵਰਤਣੀ ਹੈ ਤੇ ਅਗਲੇ ਦਿਨ ਹੀ ਆਣ ਕੇ ਖਲੋ ਜਾਵੇ ਕਿ ਤੂੰ ਇੱਕ ਦਿਨ ਵਰਤ ਲਈਏ ਚੀਜ਼ ਮੇਰੀ ਵਾਪਸ ਕਰ ਦੇ ਹੁਣ ਉਹਦੇ ਗਲ ਪਵਾਂਗੇ ਕਹਾਂਗੇ ਤੇਰਾ ਧੰਨਵਾਦ ਲੈ ਜਾ ਭਾਈ ਅਸੀਂ ਇੱਕ ਦਿਨ ਵਰਤ ਲਈ ਅਗਲੇ ਦੀ ਮਰਜ਼ੀ ਹੈ 2 ਦਿਨ ਵਰਤ ਲੈ ਕਈ ਵਾਰੀ 3 ਦਿਨ ਵੀ ਵਰਤਣ ਦਿੰਦਾ ਤੇ ਮਾਫੀ ਦੇ ਦਿਓ ਜੇ ਇਸੇ ਤਰ੍ਹਾਂ ਹੀ ਆ ਥੋੜੇ ਦਿਨ ਪਹਿਲਾਂ ਇੱਥੇ ਸ੍ਰੀ ਹਰਿਗੋਬਿੰਦਪੁਰ ਤੋਂ ਅੱਗੇ ਇੱਕ ਪਿੰਡ ਹੈ ਮੇਰਾ ਖਿਆਲ ਸਮਸਾ ਪਿੰਡ ਦਾ ਨਾਂ ਹੈ ਉੱਥੇ ਅਸੀਂ ਕੀਰਤਨ ਦੀ ਹਾਜ਼ਰੀ ਭਰਨ ਵਾਸਤੇ ਆਏ 113 ਸਾਲ ਦਾ ਬਜ਼ੁਰਗ ਚੜਾਈ ਕੀਤਾ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੇ 107 ਸਾਲ ਦਾ ਪਹਿਲਾ ਬਜ਼ੁਰਗ ਸੀ ਉਹਦੇ ਕੀਰਤਨ ਹਾਜ਼ਰੀ ਭਰੀ ਸੀ ਅੱਜ ਤੋਂ 10 ਸਾਲ ਪਹਿਲਾਂ 100 ਸਾਲ ਤੋਂ ਜਿਹਨੇ ਸੈਂਚੁਰੀ ਪਾਰ ਕੀਤੀ ਉਹਦੇ 113 ਸਾਲ ਦਾ ਬਜ਼ੁਰਗ ਸੀ ਕਹਿੰਦੇ ਕਾਇਮ ਸੀ ਬਿਲਕੁਲ 113 ਸਾਲ ਇਹ ਬੋਨ ਸੀ ਹੈ ਨਾ ਇਹ ਮਾਲਕ ਦੀ ਮਰਜ਼ੀ ਹੈ ਅਸੀਂ ਕਹਿ ਦਿੰਦੇ ਆ ਵੀ 80 ਸਾਲਾਂ ਤੋਂ ਉੱਪਰ ਤੇ ਕੋਈ ਬਦਲਾ ਹੀ ਜਾਂਦਾ ਹੈ ਪਰ ਮਾਫੀ ਦੇ ਦਿਓ ਜੇ ਮਾਲਕ ਦੀ ਪਹੁੰਚ ਹੈ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਨਾ ਜ਼ੋਰ ਨਾਲ ਜਿਉਇਆ ਜਾਵੇ ਤੇ ਨਾ ਹੀ ਜ਼ੋਰ ਦੇ ਨਾਲ ਮਰਿਆ ਜਾਵੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਉਂ ਉਹਦੇ ਭਾਣੇ ਵਿੱਚ ਜੋ ਆਉਂਦਾ ਹੈ ਤੇ ਉਹਦੇ ਭਾਣੇ ਵਿੱਚ ਜੋ ਜਾਂਦਾ ਹੈ ਸਾਡੀ ਤੇ ਮਰਜ਼ੀ ਕੋਈ ਨਹੀਂ ਤੇ ਜੇ ਉਹਦੇ ਭਾਣੇ ਵਿੱਚ ਆਉਂਦਾ ਹੈ ਤੇ ਜਦੋਂ ਉਹਦਾ ਭਾਣਾ ਉਦੋਂ ਆਇਆ ਤੇ ਜਦੋਂ ਉਹਦਾ ਭਾਣਾ ਹੈ ਉਦੋਂ ਸੰਸਾਰ ਤੋਂ ਗਿਆ ਦਇਆ ਸਿੰਘਾ ਮੈਂ ਕਿਹਦੇ ਨਾਲ ਗੱਲਾਂ ਕਰਾਂ ਇੱਥੇ ਮਾਲਕ ਦੀ ਰਜ਼ਾ ਹੈ ਫਤਿਹ ਸਿੰਘ ਉਮਰ ਇੰਨੀ ਲਿਖਾ ਕੇ ਆਇਆ ਸੀ ਸੰਸਾਰ ਤੇ 7 ਸਾਲ ਆਖਿਆ ਹੀ ਨਾ ਉਹ 7 ਸਾਲ ਪਰ ਯਾਦ ਰੱਖੀ 7 ਸਾਲ ਵਿੱਚ ਕਰਮ ਇਹੋ ਜਿਹਾ ਕਰ ਗਿਆ ਲੋਕ 100-200 ਸਾਲ ਭੋਗ ਕੇ ਵੀ ਇਹੋ ਜਿਹਾ ਕਰਮ ਨਹੀਂ ਕਰਨਗੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪੁੱਛ ਲੋ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਕਹਿੰਦੇ ਨੇ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਆਪਾਂ ਕਈ ਵਾਰੀ ਨਾ ਬੜੀ ਵੱਡੀ ਉਮਰ ਦਾ ਦਾਅਵਾ ਕਰਦੇ ਹਾਂ ਵੀ ਭਾਈ ਮੇਰੀ ਉਮਰ ਤੇ ਬੜੀ ਵੱਡੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਭੈਣੋ ਤੁਹਾਡਾ ਨਹੀਂ ਜ਼ਿਕਰ ਭਾਈਆਂ ਦਾ ਜ਼ਿਕਰ ਜਦੋਂ ਉਮਰ ਵੱਧ ਜਾਂਦੀ ਹੈ ਨਾ ਤੇ ਉਹ ਕਹਿਣਗੇ ਵੀ ਮੇਰੇ ਅੰਗ ਦੇ ਧੁੱਪ ਵਿੱਚ ਚਿੱਟੇ ਨਹੀਂ ਹੋਏ ਭਾਈ ਮੇਰੀ 80 ਤੇ 1 ਸਾਲ ਉਮਰ ਹੈ ਭਾਵ ਕਿ 80 ਸਾਲ ਮੇਰੀ 90 ਤੇ 1 ਸਾਲ ਉਮਰ ਹੈ ਭਾਵ 91 ਸਾਲ ਮਾਣ ਕਰਕੇ ਦੱਸਦੇ ਆ ਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਮੈਨੂੰ ਇਸ ਗੱਲ ਨਾਲ ਕੀ ਮਤਲਬ ਤੂੰ ਕਿੰਨੀ ਬਤੀਤ ਕੀਤੀ ਹੈ ਕਹਿੰਦੇ ਮੈਨੂੰ ਤੇ ਇਸ ਗੱਲ ਨਾਲ ਮਤਲਬ ਹੈ ਤੂੰ ਕਿਸ ਤਰ੍ਹਾਂ ਦੀ ਬਤੀਤ ਕੀਤੀ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੂੰ ਇਹ ਉਮਰ ਵਿੱਚ ਕੀਤਾ ਕੀ ਹੈ ਇਸ ਗੱਲ ਨਾਲ ਮਤਲਬ ਹੈ ਉਮਰ ਤੇ ਲੰਬੀ ਵਾਲੇ ਬੜੇ ਤੁਰੇ ਫਿਰਦੇ ਸੰਸਾਰ ਤੇ ਬੜੇ ਤੁਰੇ ਕਲਗੀਧਰ ਪਾਤਸ਼ਾਹ ਜੀ ਨੂੰ ਢਿੰਗਾਣੇ ਦੀ ਢਾਬ ਤੇ ਇੱਕ ਜੋਗੀ ਮਿਲਿਆ ਸੀ ਲੰਬੀ ਉਮਰ ਦਾ ਹੰਕਾਰ ਸਤਿਗੁਰਾਂ ਨੂੰ ਕਬੂਲ ਬੋਲ ਬੈਠਾ ਤੇ ਸਤਿਗੁਰਾਂ ਨੇ ਕਹਿਤਾ ਜੋਗੀਆ ਤਾਂ ਮਾਣ ਕਰਦਾ ਹੈ ਇੰਨੀ ਲੰਬੀ ਉਮਰ ਤਾਂ ਮਾਣ ਕਰਦਾ ਹੈ ਮੇਰੀ ਛੋਟੀ ਉਮਰ ਵੇਖ ਕੇ ਤੇਰੇ ਮਨ ਦੇ ਵਿੱਚ ਗਲਾਨੀ ਆਈ ਹੈ ਕਹਿਣ ਲੱਗਾ ਜੀ ਤੁਹਾਨੂੰ ਕਿਵੇਂ ਪਤਾ ਹੈ ਮੇਰੀ ਇੰਨੀ ਲੰਬੀ ਉਮਰ ਹੈ ਸਤਿਗੁਰੂ ਕਹਿਣ ਲੱਗੇ ਮੈਨੂੰ ਤੇ ਤੇਰੇ ਬਾਰੇ ਸਭ ਕੁਝ ਪਤਾ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਪੇ ਦੱਸਿਆ ਉਹਨੇ ਬੜਾ ਕੁਝ ਤੇ ਜਿਹੜੀ ਕਮਾਲ ਦੀ ਗੱਲ ਉਹਨੇ ਕੀਤੀ ਕਹਿੰਦਾ ਜੀ ਜਦੋਂ ਤਾੜੀ ਲਾ ਕੇ ਬੈਠਣਾ ਸਾ ਨਾ ਜਿੱਥੇ ਸ਼ਹਿਰ ਹੁੰਦੇ ਸਨ ਜਦੋਂ ਉੱਠਦਾ ਸਾਂ ਉੱਥੇ ਜੰਗਲ ਸਨ ਜਿੱਥੇ ਜੰਗਲ ਵਿੱਚ ਤਾੜੀ ਲਾ ਕੇ ਬੈਠਦਾ ਸਾਂ ਜਦੋਂ ਉੱਠਦਾ ਸਾਂ ਤੇ ਉੱਥੇ ਸ਼ਹਿਰ ਵਸੇ ਹੁੰਦੇ ਸਨ ਇੰਨੀ ਉਮਰ ਵੀ ਸੰਸਾਰ ਤੋਂ ਲੋਕ ਭੋਗ ਗਏ ਪਰ ਸਾਧ ਸੰਗਤ ਸਾਡਾ ਬਾਬਾ ਕਹਿੰਦਾ ਹੈ ਮੈਂ ਮੇਰੀ ਉਮਰ ਦਾ ਗੱਲ ਨਹੀਂ ਮੈਂ ਤੇ ਇਹ ਦੇਖਣਾ ਵਾ ਤੂੰ ਉਮਰ ਵਿੱਚ ਕੀਤਾ ਕੀ ਹੈ ਤੂੰ ਕਿਸ ਤਰ੍ਹਾਂ ਦੀ ਬਤੀਤ ਕੀਤੀ ਹੈ ਰੋ ਵਿਚਾਰ ਮੈਂ ਵਿਸ਼ੇ ਤੋਂ ਪਾਸੇ ਨਾ ਜਾਵਾਂ ਆਪਾਂ ਭਾਣੇ ਦੇ ਸੰਬੰਧ ਵਿੱਚ ਬੈਠੇ ਆ ਸਰਦਾਰ ਬੂਟਾ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ ਤੇ ਸਾਡੇ ਮਨ ਵਿੱਚ ਦੁੱਖ ਤੇ ਹੋਵੇਗਾ ਕਿਉਂਕਿ ਗਏ ਜੋ ਸੰਸਾਰ ਨੂੰ ਛੱਡ ਗਏ ਨੇ ਪਰ ਮੇਰੇ ਮਾਲਕ ਜੀ ਕਹਿੰਦੇ ਨੇ ਨਹੀਂ ਇਹ ਮਾਲਕ ਦੇ ਹੁਕਮ ਵਿੱਚ ਆਏ ਸਨ ਮਾਲਕ ਦੇ ਹੁਕਮ ਵਿੱਚ ਹੀ ਚਲੇ ਗਏ ਨੇ ਬਸ ਇਹੋ ਹੀ ਭਾਣਾ ਹੈ ਕਿ ਤੂੰ ਗੁਰੂ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਕੇ ਮਾਲਕ ਜੀ ਮੇਰੇ ਤੇ ਦਇਆ ਕਰੋ ਮੈਂ ਤੁਹਾਡਾ ਨਾਮ ਜਪਾਂ ਤੁਹਾਡੇ ਗੁਣਾਂ ਦਾ ਗਿਆਨ ਕਰਾਂ ਬਾਣੀ ਪੜਾਂ ਜਿਸ ਕਰਕੇ ਕੀ ਹੋਵੇ ਮਿੱਠਾ ਲੱਗੇ ਤੇਰਾ ਬਾਣਾ ਮਿੱਠਾ ਲੱਗੇ ਤੇਰਾ ਬਾਣਾ ਮਿੱਠਾ ਲੱਗੇ ਤੇਰਾ ਬਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਬਾਣਾ ਮਿੱਠਾ ਲੱਗੇ ਤੇਰਾ ਬਾਣਾ ਨਿਰਗੁਣ ਮੁਕਤ ਅਜਾਣ ਗਿਆਨੀ ਨਿਰਗੁਣ ਮੁਕਤ ਅਜਾਣ ਗਿਆਨੀ ਕਰਮ ਨਹੀਂ ਜਾਣਾ ਕਰਮ ਨਹੀਂ ਜਾਣਾ ਦਇਆ ਕਰੋ
मिठा लगे तेरा पाना, मिठा लगे तेरा पाना। दया करो नानक गुण गावे, मिठा लगे तेरा पाना, मिठा लगे तेरा पाना। जब कछ ना सीओ तब क्या करता, जब कछ ना सीओ तब क्या करता, कवन कर्म कर आया, कवन कर्म कर आया। अपना खेल आप कर देखे, अपना खेल आप कर देखे। ठाकुर रचन रचाया, ठाकुर रचन रचाया। दया करो नानक गुण गावे, मिठा लगे तेरा पाना, मिठा लगे तेरा पाना। दया करो नानक गुण गावे, मिठा लगे तेरा पाना, मिठा लगे तेरा पाना। मेरे राम राय मुझ पे कछु न होई, मेरे राम राय मुझ पे कछु न होई। आपे करता आप कराए, सर्व निरंतर सोई, सर्व निरंतर सोई। दया करो नानक गुण गावे, मिठा लगे तेरा पाना, मिठा लगे तेरा पाना। दया करो नानक गुण गावे, मिठा लगे तेरा पाना, मिठा लगे तेरा पाना। गणती गणी नाम छूटे कत हूँ, गणती गणी नाम छूटे कत हूँ। काजी दे ज्ञानी, काजी दे ज्ञानी। कृपा करो प्रभ करने हारे, कृपा करो प्रभ करने हारे। तेरे
बख्श निराली, तेरी बख्श निराली, दया करो नानक गुण गावे, मिठा लगे तेरा पाना, मिठा लगे तेरा पाना। निर्वाणों की मान, तानों की तान, फूलों की ओर, निर्गतियों की गातर, निर्पतियों की गातर, आश्रयों की आश्रय, गुरु ग्रंथ सचखंड वासी बाबा ज्ञानी आवी दे पावन स्थान से धन सदा श्री गुरु ग्रंथ ਸਾਹਿਬ जी की संस्था जो कि गुरबाणी का प्रमाण है। जी हाथ की रखिया तेरा हुक्म भले आई नानका सतयुग की जाहि दे महावाकान सार जगदार प्रधान बूटा सिंह जी ने की सवासा में की उस वासा में उनकी धो लिया होया प्रधान बूटा सिंह जी लोग तो और लोग इसको बवानियां कहानियां पुत्र सुपुत्र प्रेम की महावाकान सार उन्होंने पुत्र साढ़े सरकार सरवरिंदर सिंह जी ते परमिंदर सिंह जी ने अपनी गृह विच अपने पिता जी की याद कल्याण वास्ते उनकी राही गुरबाणी से श्री खंड पाठ का आरंभ करवाए जिसने की भोपा करके महापुर को आदि के पावन स्थानों से कीर्तन दरबार करवाया। सरगुरु पातशाह जी कृपा करियो विश्री गुरु चरना निवास बख्शियो श्री परिवार के नगर के सरगुरु पातशाह जी मेरा श्री कारजा की समाप्ति के कड़ा प्रसाद जी हाजिर है। गुरु के लंगर हाजिर हाजिर प्रकार भोजन गोपी गोपिंचन मष्टाय करहि बादशाह पवित्रा लाभ हो भोग हराय सरगुरु पातशाह जी आदि का प्रसाद के प्रसादा जो जी सच्चे सरगुरु पातशाह जी स्वास 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 खान का नाम करके सचखंड वासी महापुरुष बाबा को गिरामी आप जी के पावन स्थान से चल रही सुवामा ने लेकर भी सरवरिंदर सिंह उन्होंने सुपुत्र है परमिंदर सिंह जी वालों सिक्की जी आप हाजिर होया सतगुरु पातशाह जी ने खजाने चुमाया यो खजाने पर के प्रभु करने काल कंठ दूर करने गुरु सिक्खी नाम दान की रात बख्श करने सेवकारियां शुभ कामनावां भावनावां संपूर्ण करनियां गुरबाणी के याद करते हैं सेवा संभाल करते हैं सिख संगत पातशाह जी के दर्शन दरारे करते हैं उनकों गलतियां होंगियां उनकी माफ करनियां अगे तो चेते सुधार अगे तो सतगुरु पातशाह जी समर्थ बख्शो कृपा करो आई संगत ते गुरु परिवार को हुक्मनामे बख्शो उपदेश दियो ते खुश रखो जी नानक नाम चढ़ती कला ये माणी सर्वत्र वाहिगुरु जी का खालसा वाहिगुरु जी की फतेह। कोट ब्रह्मांड को ठाकुर स्वामी सर्व जीना का दातारे प्रदबाल नित सार समाल एक गुण नहीं मूरख जाता रे कोट ब्रह्मांड को ठाकुर स्वामी सर्व जिया का दातारे प्रदबाल नित सार समाल एक गुण नहीं मूरख जाता रे हरि आराधना जानना रे हर हर गुर गुर करता रे हर जियो नाम परियो रामदास
ਘਟਾ ਭਾਰ ਪੂਰੀ ਰੇ ਏਕਤ ਸੁਣਤ ਸਦਾ ਹੈ ਸੰਗੀ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਣਾਉ ਕਿਆ ਜਾਣਾ ਹੋਇ ਕੈਸੋ ਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇਹੋ ਉਪਰਿ ਸੋਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆਰੀ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰ ਪਾਸ ਨਾ ਪਰਿਆਰੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਤੀ ਤਰਿਆਰੀ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰ ਪਾਸ ਨਾ ਪਰਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਆਪ ਧੰਨਤਾ ਦੇ ਯੋਗ ਹੋ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹੋਏ ਹਾਜ਼ਰੀਆਂ ਭਰ ਰਹੇ ਹੋ। ਜੇ ਹਾਜ਼ਰੀ ਲਿਖਿਆ ਤੇਹਾ ਹੁਕਮ ਕਮਾਈ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਵਾਕਾਂ ਅਨੁਸਾਰ ਜੈਲਦਾਰ ਪ੍ਰਧਾਨ ਬੂਟਾ ਸਿੰਘ ਜੀ ਲੋਕ ਤੋਂ ਪਰਲੋਕ ਗਮਨ ਹੋਏ। ਉਹਨਾਂ ਦੇ ਨਿਮਿਤ ਇਸ ਤੋਂ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਪ੍ਰੇਮ ਦੀ ਮਹਾਵਾਕਾਂ ਅਨੁਸਾਰ ਉਹਨਾਂ ਦੇ ਸੁਪੁੱਤਰ ਸਾਡੇ ਸਤਿਕਾਰਯੋਗ ਸਰਬਰਿੰਦਰ ਸਿੰਘ ਜੀ ਤੇ ਪਰਮਿੰਦਰ ਸਿੰਘ ਜੀ ਨੇ ਆਪਣੇ ਗ੍ਰਹਿ ਵਿਖੇ ਸਰਬਰਾਂ ਦੇ ਮੁਬਾਰਕ ਚਰਨ ਪਵਾ ਕਰਕੇ ਗੁਰਬਾਣੀ ਦੀ ਜਾਪ ਕਰਵਾਈ। ਉਸ ਤੋਂ ਉਪਰੰਤ ਦੀਵਾਨ ਹਾਲ ਸਜੇ ਤੇ ਕੀਰਤਨ ਦਰਬਾਰ ਹੋਇਆ। ਟਕਸਾਲ ਦੇ ਸਾਡੇ ਸਿੰਘ ਸਾਹਿਬਾਨ ਭਾਈ ਸਾਹਿਬ ਭਾਈ ਕੁਲਬੀਰ ਸਿੰਘ ਜੀ ਨੇ ਬੜੀ ਮਿੱਠੀ ਆਵਾਜ਼ ਦੇ ਵਿੱਚ ਰਾਗ ਦੇ ਵਿੱਚ ਆ ਕਰਕੇ ਆਪ ਸਭਾ ਸੰਗਤਾਂ ਦੇ ਨਾਲ ਕੀਰਤਨ ਦੇ ਨਾਲ ਸਾਂਝ ਪਾਉਣੀ ਕੀਤੀ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਿਓ, ਵਿਸ਼ਰੀ ਰੂਹ ਨੂੰ ਚਰਨਾਂ 'ਚ ਨਿਵਾਸ ਬਖਸ਼ਿਓ, ਕਿਸੇ ਪਰਿਵਾਰ ਤੇ ਨਗਰ ਤੇ ਮੇਰਾ ਭਰੇ ਹੱਥ ਰੱਖਿਓ। ਬੇਅੰਤ ਸੇਵਾਵਾਂ ਪ੍ਰਧਾਨ ਬੂਟਾ ਸਿੰਘ ਜੀ ਨੇ ਨਿਭਾਈਆਂ, ਉਹਨਾਂ ਦਾ ਪਰਿਵਾਰ ਵੀ ਸੁਲਝਿਆ ਹੋਇਆ ਹੈ। ਬਾਕੀ ਜੋ ਪ੍ਰੋਗਰਾਮ ਹੈ ਪਹਿਲਾਂ ਆਪਾਂ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕਰ ਦਈਏ ਆਪਣੇ ਸਰਬਰਿੰਦਰ ਸਿੰਘ ਜੀ ਨੂੰ ਸਰੋਪਾ ਭੁਆ ਕਰਕੇ ਸਰਬਰਾਂ ਨੂੰ ਸੀਸ ਝੁਕਾ ਕਰਕੇ ਸਰੋਪਾ ਜਿਹੜਾ ਵਾ ਸਰਬਰਾਂ ਦੇ ਚਰਨਾਂ ਦੇ ਵਿੱਚੋਂ ਪ੍ਰਾਪਤ ਕਰ ਲੈਣ ਤੇ ਸਰੋਪਾ ਦੇਣ ਦੀ ਖੇਚਲ ਕਰਨ। ਸਾਡੇ ਸਰਕਾਰ ਜੋ ਮੌਜੂਦਾ ਸਰਪੰਚ ਜਗਰਾਜ ਸਿੰਘ ਜੀ ਹੁਣਾਂ ਨੂੰ ਬੇਨਤੀ ਹੈ ਕਿ ਉਹ ਸਰਬਰਿੰਦਰ ਸਿੰਘ ਜੀ ਨੂੰ ਵੱਲੋਂ ਆਪਣੇ ਪ੍ਰਬੰਧਕ ਕਮੇਟੀ ਵੱਲੋਂ ਸਰੋਪਾ ਦੇਣ ਦੀ ਕਿਰਪਾਲਤਾ ਕਰਨ ਜੀ। ਸਰਬਰਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਸਰਬਰਾਂ ਦੇ ਚਰਨਾਂ ਦੇ ਵਿੱਚ ਆ ਜਾਵੇ। ਸਰਪੰਚ ਸਾਹਿਬ ਵੀ ਆ ਕਰਕੇ ਤੇ ਸਰੋਪਾ ਜਿਹੜਾ ਉਹਨਾਂ ਨੂੰ ਦੇ ਦੇਣ। ਸਤਿ ਸ੍ਰੀ ਅਕਾਲ। ਜਿੱਦਾਂ ਮੇਰੇ ਤੋਂ ਪਹਿਲਾਂ ਬੜਾ ਆਪਣੇ ਪਿੰਡਰਾਂ ਵਾਲੇ ਜਥੇ ਨੇ ਵਿਰਾਜਮਾਨ ਕੀ ਰਾਗਮਈ ਕੀਰਤਨ ਕੀਤਾ। ਭਾਜੀ ਬੂਟਾ ਸਿੰਘ ਦੀ ਅੰਤਮ ਅਰਦਾਸ 'ਚ ਇਕੱਤਰ ਹੋਏ ਸਾਧ ਸੰਗਤ ਜੀ। ਬੜੇ ਦੁੱਖ ਦਾ ਸਮਾਂ, ਮੈਂ ਉਹਨਾਂ ਨੂੰ 15 ਦਿਨ ਪਹਿਲਾਂ ਮਿਲ ਕੇ ਗਿਆ ਤੇ 1 ਘੰਟਾ ਭੈਣ ਜੀ ਕੋਲ ਬੈਠੇ ਸੀ। 1 ਘੰਟਾ ਅਸੀਂ ਗੱਲਾਂ ਗੁੱਲਾਂ ਕਰਦੇ ਰਹੇ ਤੇ ਮੈਨੂੰ ਹੱਸਦੇ ਰਹੇ। ਮੈਂ ਕਿਹਾ ਬੱਚਿਆਂ ਨੂੰ ਆਖੀਏ ਕਿ ਗੋਡਿਆਂ ਦੀ ਪ੍ਰੋਬਲਮ ਆ, ਗੋਡੇ ਠੀਕ ਕਰਾ ਲੈਣੇ ਆ। ਮੈਂ 80 ਸਾਲ ਦੇ ਲੋਕੀ ਗੋਡੇ ਬਦਲਾਈ ਜਾਂਦੇ ਆ ਤੇ ਮੈਨੂੰ ਉੱਠ ਕੇ ਮੰਜੀ ਦਵਾਉਂਦੇ ਕਿ ਮੈਂ ਉੱਦਾਂ ਠੀਕ ਆ, ਗੋਡਿਆਂ ਦੀ ਪ੍ਰੋਬਲਮ ਆ।
ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਿਸ ਸਥਾਨ ਤੇ ਬਾਬੇ ਭੋਗ ਜੀ ਦੇ ਬੈਠੇ ਆ, ਇਹਦੀ ਵੀ ਬੜੀ ਸੇਵਾ ਕਰਾਈ। ਗੁਰੂ ਘਰ ਨਾਲ ਬੜੀ ਲਗਨ ਸੀ। ਜਿੱਥੇ BSF 'ਚ ਨੌਕਰੀ ਕਰਨ ਤੋਂ ਬਾਅਦ ਪਿੰਡ ਦੇ ਕਹਿਣੀ ਤੇ ਕਰਨੀ ਤੇ ਪੂਰੇ ਸੀ। ਬਹੁਤ ਘੱਟ ਲੋਕ ਨੇ ਜਿਹੜੇ ਕਹਿਣੀ ਤੇ ਕਰਨੀ 'ਚ ਪੂਰੇ ਰਹਿੰਦੇ ਨੇ। ਮੈਂ ਸੰਨ 94 'ਚ ਇਲੈਕਸ਼ਨ ਲੜੀ ਸੰਮਤੀ ਦੀ। ਬੜਾ ਪ੍ਰੈਸ਼ਰ ਸੀ। ਪ੍ਰਤਾਪ ਸਿੰਘ ਬਾਜਵਾ ਕੈਬਨਿਟ ਮੰਤਰੀ, ਮੁੜ ਇਹਨਾਂ ਦੋਵਾਂ ਭਰਾਵਾਂ ਤੇ ਬੜਾ ਪ੍ਰੈਸ਼ਰ ਪਾਉਂਦਾ ਸੀ। ਪਰ ਇਹਦੀ ਜਿੱਥੇ ਹਾਂ ਕੀਤੀ ਉੱਥੇ ਹਾਂ ਹੀ ਰਹੀ ਆ। ਬੜੇ ਤਨਦੇਹੀ ਨਾਲ ਮੇਰੀ ਉਹਨਾਂ ਨੇ ਮਦਦ ਕੀਤੀ ਆ। ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਤੇ ਸ਼ਰਧਾ ਦੇ ਫੁੱਲ ਭੇਟ ਕਰਦਾ। ਮਹਾਰਾਜ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਬਾਕੀ ਬੱਚਿਆਂ ਨੂੰ, ਭਾਜੀ ਗੁਰਦੇਵ ਸਿੰਘ ਧੀਰੇ ਪਰਿਵਾਰ ਨੂੰ, ਬੋਪਾ ਰਾਏ ਪਰਿਵਾਰ ਨੂੰ, ਠੱਲੇ ਉਹਨਾਂ ਦੇ ਨਾਨਕੇ ਸੀ, ਉਹਨਾਂ ਨੂੰ ਭਾਣਾ ਮੰਗਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ 10-15 ਮਿੰਟ ਦਾ ਹੀ ਕੰਮ ਆ ਸ਼ਰਧਾਂਜਲੀ ਸਮਾਰੋਹ ਦਾ। 2-3 ਜਾਣੇ ਬੁਲਾਉਣੇ ਆ, ਬਾਠ ਸਾਹਿਬ ਆ, ਚੀਮਾ ਸਾਹਿਬ, ਬਾਕੀਆਂ ਕੋਲ ਮਾਫੀ ਮੰਗ ਲੈਣੀ। ਤੇ ਮੈਂ ਸਭ ਤੋਂ ਪਹਿਲਾਂ 2 ਮਿੰਟ ਲਈ ਮੰਗਲ ਸਿੰਘ ਨੂੰ ਸ਼ਬਦਾਂ ਦੇ ਫੁੱਲ ਭੇਟ ਕਰ। ਅੰਤਮ ਅਰਦਾਸ ਵਿੱਚ ਸਾਰੇ ਰਿਸ਼ਤੇਦਾਰ, ਭੈਣ ਭਰਾ, ਰਾਜਨੀਤਿਕ ਲੀਡਰ ਸੰਗਤ ਰੂਪੀ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਵਾਸਤੇ ਹਾਜ਼ਰ ਹੋਏ। ਸਭ ਤੋਂ ਪਹਿਲਾਂ ਮੈਂ ਸਭ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਜਿਹਾ ਚੀਜ਼ ਲਿਖਿਆ ਤੇ ਆ ਹੁਕਮ ਕਮਾਏ, ਕੱਲੇ ਆਵੇ ਨਾਨਕਾ, ਸੱਦੇ ਉੱਠੀ ਜਾਏ ਤੇ ਮਾਵਾ ਕੰਮ ਸਾਂ। ਸਾਡੇ ਕੋਲ ਬਹੁਤ ਸਤਿਕਾਰਯੋਗ ਸਰਦਾਰ ਬੂਟਾ ਸਿੰਘ ਜੀ ਸਦਾ ਜੀ ਵਿਸਰ ਚੁੱਕੇ। ਮੌਤ ਦੀ ਘਟਾ ਸੱਚਾਈ ਹੈ। ਜਿਹੜਾ ਵੀ ਜੀਵ ਇਸ ਧਰਤੀ ਤੇ ਪੈਦਾ ਹੁੰਦਾ ਉਹਨੇ ਇੱਕ ਦਿਨ ਜਾਣਾ। ਕਦੋਂ ਜਾਣਾ, ਕਿਹੜੇ ਸਮੇਂ ਜਾਣਾ, ਇਹ ਜੀਵਨ ਨੂੰ ਨਹੀਂ ਪਤਾ। ਅੱਜ ਉਹਨਾਂ ਦੇ ਪਰਿਵਾਰ ਬੜਾ ਸਦਮੇ 'ਚ ਆ। 2 ਉਹਨਾਂ ਦੇ ਸੁਪੁੱਤਰ ਨੇ, ਸਰਬਿੰਦਰ ਸਿੰਘ ਜੀ ਲਾਡਾ ਤੇ ਦੂਸਰੇ ਸੁਪੁੱਤਰ ਸਰਦਾਰ ਪਰਮਿੰਦਰ ਸਿੰਘ ਜੀ ਸੋਨਾ। ਦੋਵਾਂ ਦਾ ਪਿਆਰ ਆਪੋ 'ਚ ਬਹੁਤ ਆ। ਲਾਡਾ ਜੀ ਕੈਨੇਡਾ 'ਚ ਰਹਿੰਦੇ ਨੇ ਤੇ ਸੋਨਾ ਜੀ ਦੁਬਈ ਵੀ ਕਾਫੀ ਸਮਾਂ ਲਾ ਕੇ। ਪਰ ਪੁੱਤਰਾਂ ਨੂੰ ਆਪਣੇ ਫਾਦਰ ਤੇ ਬੜਾ ਵੱਡਾ ਮਾਣ ਸੀ, ਉਹਨਾਂ ਦਾ ਸਾਇਆ ਸੀ ਉਹਨਾਂ ਦੇ ਉੱਪਰ। ਪਰ ਸਾਰਾ ਕਾਰੋਬਾਰ ਉਹ ਹੀ ਦੇਖਦੇ ਸਨ। ਬੜੇ ਸਦਮੇ 'ਚ ਨੇ ਉਹਨਾਂ ਦੇ ਪੁੱਤਰ। ਅੱਜ ਬਹੁਤ ਨਜ਼ਦੀਕੀ ਰਿਸ਼ਤੇਦਾਰੀ ਹੈ। ਡਾਕਟਰ ਦਲਜੀਤ ਸਿੰਘ ਜੀ ਚੀਮਾ, ਸਾਬਕਾ ਸਿੱਖਿਆ ਮੰਤਰੀ, ਉਹਨਾਂ ਦੇ ਕੁਰਮ ਸਾਹਿਬ, ਬੋਪਾ ਰਾਏ ਸਾਹਿਬ, ਉਹ ਵੀ ਬੈਠੇ ਨੇ, ਉਹ ਵੀ ਬੜੇ ਸਦਮੇ 'ਚ ਨੇ। ਮਾਸਟਰ ਗੁਰਦੇਵ ਸਿੰਘ ਜੀ, ਜਿਨ੍ਹਾਂ ਦੇ ਭੈਣ ਜੀ ਦਾ, ਉਹਨਾਂ ਦੀ ਭੈਣ ਜੀ ਦਾ ਸਾਇਆ ਉੱਠਿਆ ਗਿਆ, ਉਹ ਵੀ ਅੱਜ ਪਰਿਵਾਰ ਸਾਰਾ ਸਦਮੇ 'ਚ। ਪਰ ਕੀਤਾ ਕੁਛ ਨਹੀਂ ਜਾ ਸਕਦਾ। ਮੌਤ ਦੀ ਕਟਲ ਸੱਚਾਈ ਹੈ। ਮੌਤ ਅੱਗੇ ਨਾ ਅਪੀਲ ਨਾ ਦਲੀਲ ਚੱਲਦੀ ਹੈ। ਜੇ ਚੱਲਦੀ ਹੈ ਤਾਂ ਸੰਗਤ ਦੀ ਅਰਦਾਸ ਚੱਲਦੀ ਹੈ। ਅੱਜ ਅਸੀਂ ਸਾਰਿਆਂ ਨੇ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਵਿਸ਼ਰੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ। ਪਿੱਛੇ ਸਾਰੇ ਪਰਿਵਾਰ ਨੂੰ, ਉਹਨਾਂ ਦੇ ਬੱਚਿਆਂ ਨੂੰ, ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਇੰਨੀਆਂ ਬੇਨਤੀਆਂ ਕਰਦਾ ਤੁਹਾਡੇ ਕੋਲ ਰਾਜਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੀਤਾ ਦਰਿਆਲੇ ਕੰਨੀ ਬਗਲਾ ਬੈਠਾ ਕੇਲ ਕਰੇਂਦੇ ਹੰਝਣੋਂ ਅਚਿੰਤੇ ਬਾਜ ਪਏ ਤਿਸ ਰੱਬ ਕੇ ਕੇਲਾ ਬਿਸਰੀਆਂ ਜੋ ਮਨ ਚਿਤਨਾ ਕਹਿੰਦੇ ਸਨ ਸੋ ਗੱਲੀ ਰੱਬ ਗਈਆਂ। ਅਜਿਹਾ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਜਾਨਦਾਰ ਬੂਟਾ ਸਿੰਘ ਜੀ ਨਾਲ ਵਾਪਰਿਆ। ਚੇਤਾ ਨਹੀਂ ਸੀ, ਬਹੁਤ ਚੰਗੀ ਸਿਹਤ ਸੀ, ਕੋਈ ਕਿਸੇ ਕਿਸਮ ਦਾ ਵੀ ਫਿਕਰ ਨਹੀਂ ਸੀ ਕੋਈ ਉਹਨਾਂ ਦੇ ਸਰੀਰ ਦੇ ਵਿੱਚ। ਬੜੀ ਵਾਰੀ ਆਉਂਦੇ, ਬੜੀ ਵਧੀਆ ਪਰਸਨੈਲਿਟੀ। ਜਿਵੇਂ ਸਾਰੇ ਬੁਲਾਰਿਆਂ ਨੇ ਦੱਸਿਆ, ਗੁਰੂ ਘਰ ਦੇ ਬੜੇ ਸ਼ਰਧਾਲੂ, ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਬੜੀ ਉਹਨਾਂ ਸੇਵਾ ਕੀਤੀ। ਪਰਿਵਾਰ ਨੂੰ ਵੀ ਬੜਾ ਵੱਡਾ ਆਸਰਾ ਸੀ। ਬੱਚਿਆਂ ਦੇ ਬਾਹਰ ਦੁਬਈ 'ਚ, ਕੈਨੇਡਾ 'ਚ ਬਹੁਤ ਵਧੀਆ ਕਾਰੋਬਾਰ ਕਰਦੇ ਹਨ। ਇਹਨਾਂ ਦੇ ਕਰਕੇ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ। ਪਰ ਇੱਥੇ ਕੀਤਾ ਕੋਈ ਜਾ ਨਹੀਂ ਸਕਦਾ। ਮਰਨ ਲਿਖਾਏ ਮੰਡਲ ਵਿੱਚ ਆਏ। ਇਹ ਪ੍ਰਮਾਣ ਹੈ ਸਤਿਗੁਰ ਦਾ। ਮਰਨ ਦਾ ਦੇ ਪਹਿਲਾਂ ਹੀ ਹਿਸਾਬ ਕਿਤਾਬ ਜਨਮ ਤੋਂ ਪਹਿਲਾਂ ਹੀ ਹੋ ਕੋਈ ਇਨਸਾਨ ਹੁੰਦਾ ਹੈ। ਸੋ ਕਿਹਾ ਜਾਣਾ ਕਿ ਮਰੇਗੇ ਕੈਸਾ ਮਰਨਾ ਹੋਏ, ਜੇ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਜਿਵੇਂ ਉਹਨਾਂ ਦਾ ਜੀਵਨ ਸੀ, ਜਿਵੇਂ ਉਹਨੇ ਗੁਰੂ ਘਰ ਦੀ ਸੇਵਾ ਕੀਤੀ, ਉਹਨਾਂ ਦਾ ਮਰਨਾ ਦੇ ਬਹੁਤ ਸਹਿਲਾ ਹੋਇਆ। ਪਰ ਮੌਤ ਬਹੁਤ ਵੱਡੀ ਦੁੱਖ ਛੱਡ ਗਈ, ਕਿਉਂਕਿ ਨਾ ਜੇ ਉਮਰ ਸੀ ਜਾਣ ਵਾਲੀ, ਨਾ ਸਿਹਤ ਸੀ। ਪਰ ਇੱਥੇ ਕੁਝ ਵੀ ਕੀਤਾ ਜਾ ਸਕਦਾ, ਸਮਾਂ ਵੀ ਨਹੀਂ ਮਿਲਿਆ। ਜਿਨ੍ਹਾਂ ਨੂੰ ਸਮਾਂ ਮਿਲਦਾ ਉਹ ਵੀ ਕੀ ਕਰ ਸਕਦੇ ਹਨ। ਸੋ ਮੇਰਾ ਪਹਿਲਾਂ ਹੀ ਇਹ ਪਰਿਵਾਰ ਦੇ ਨਾਲ ਚੀਮਾ ਪਰਿਵਾਰ ਹੈ।
ਚੀਮਾ ਪਰਿਵਾਰ ਇਹ ਜਦੋਂ ਮੈਂ ਪਿੰਡ ਦੇ ਵਿੱਚ ਆਉਂਦਾ ਹਾਂ ਆਪਣੇਤ ਮਹਿਸੂਸ ਹੁੰਦੀ ਹੈ, ਬੜਾ ਸਕੂਨ ਮਿਲਦਾ ਹੈ। ਇਹਨਾਂ ਦੇ ਨਾਲ ਵੀ, ਇਹਨਾਂ ਦੇ ਪਰਿਵਾਰ ਨਾਲ ਮੇਰਾ ਬੜੇ ਚਿਰ ਤੋਂ ਪ੍ਰੇਮ, ਇਹਨਾਂ ਦੇ ਛੋਟੇ ਭਾਈ ਸਾਹਿਬ ਨਾਲ ਵੀ ਚੱਲਦਾ ਸੀ। ਬਾਅਦ ਦੇ ਵਿੱਚ ਬੜੀ ਨਜ਼ਦੀਕੀ ਰਿਸ਼ਤੇਦਾਰੀ ਬਣ ਗਈ। ਸੋ ਇਹਨਾਂ ਦੇ ਬੜੇ ਨੇੜੇ ਹੋ ਕੇ ਇਹਨਾਂ ਦੇ ਗੁਣ ਦੇਖਣ ਦਾ ਮੌਕਾ ਮਿਲਿਆ। ਬਹੁਤ ਹੀ ਠੋਸ, ਜਿਵੇਂ ਸਰਦਾਰ ਸਰਦੂਲ ਸਿੰਘ ਨੇ ਦੱਸਿਆ ਹੈ, ਬਹੁਤ ਹੀ ਠੋਸ ਵਧੀਆ ਇਰਾਦੇ ਦੇ ਇਨਸਾਨ ਸਨ। ਜਿੱਥੇ ਖੜ ਗਏ। ਸੋ ਅਜਿਹੇ ਮਨੁੱਖ ਦਾ ਜਾਣਾ ਇਸ ਵਕਤ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈ, ਉੱਥੇ ਪ੍ਰਬੰਧਕ ਕਮੇਟੀ ਨੂੰ ਬਹੁਤ ਵੱਡਾ ਘਾਟਾ ਹੈ, ਸਮਾਜ ਨੂੰ ਬਹੁਤ ਵੱਡਾ ਘਾਟਾ ਹੈ। ਅੱਜ ਉਹਨਾਂ ਦੀ ਇਸ ਅੰਦਰ ਅਰਦਾਸ ਦੇ ਵਿੱਚ ਜਿੱਡੀ ਵੱਡੀ ਸੰਗਤ ਬੈਠੀ ਹੈ, ਜਿੱਡੀ ਵੱਡੀ ਗਿਣਤੀ ਦੇ ਵਿੱਚ, ਇੱਥੋਂ ਜਾਪਦਾ ਹੈ ਕਿ ਉਹਨਾਂ ਦਾ ਪਰਿਵਾਰਾਂ ਦੇ ਨਾਲ ਬਾਕੀਆਂ ਦੇ ਸਮਾਜ ਦੇ ਵਿੱਚ ਕੀ ਥਾਂ ਸੀ। ਸੋ ਮੈਂ ਸਤਿਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਸੁਨੇਹਿਆਂ ਨੂੰ ਭਾਣਾ ਕਰਨ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦਾ ਸਰਕਾਰ ਹੈ तो कोई शब्द नहीं जनना कोई प्रगटावा कर सके कि गुरु साहब का अपने गुरु साहब का कितना सरकार आ सकते मन है कोई बाबा नानक मक्के गए तो मक्का ही पाता कहने तो मतलब ये सीगा मेरी भैनों भरावो ईश्वर का सारे बंदे हैं, वो तो बेहतर है, वो अपने में है, तो आश्चर्य है, वो सारी सृष्टि है, सृष्टि का मालिक है। और मैनू आप वांगू सिख होने का मान है। तो सिख का भाई कुलबीर सिंह जी परिभाषा भी करके गए, अपने शब्द करके गए। और ऐसे आज एक सिख नूं मिसते कर तो साडे विचकार मन नीवा मत जी सिख की परिभाषा है, गुरु सिख की बख्शिश है। ऐसा सिख गुरु घर का अनंत सेवादार भरा कहना, छोटा वीर कहना, सरदार बूटा सिंह साडे विचकार नहीं है। उसका हुक्म है, उसका पाड़ा है। गुरबाणी तो बड़ा वधिया शब्द है, हुक्म है, शब्द नहीं। प्रभ भावे विश्वास ते रखे, इतने ही है ना। मेरा मित्र बहुत नेड़ू मित्र, मेरा जमाती सी फौज के बाद जो बहुत बड़ा अफसर रिटायर हुआ है। मैं अक्सर गल कुछ समझ कर नहीं दे रहे कि परमात्मा का हुक्म की है। उसने मेरा मोबाइल चल पे जो मेरे सारे बच्चों के सारे भैन बोले सारों को एक वीडियो भेजी, 5-7 महीने हो गए, कमाल की वीडियो। वो की है कि एक कनेडा च रहिंदा गुरसिख मेरी उम्र का है, तो जब इतने मास्टर सीगा लुधियाने कन्नी का पिंड है, स्कूले पढ़ाता तो स्कूल पिंड च पढ़ा के ना बच्चों को अद्धी छुट्टी का रोटी खाने चल गए, लागे हुए करते। बुराई भनी है कि श्वास पूरे हो गए, बुराई कुछ नहीं पाई। ये उस शख्स की जबानी है जोड़ा जिसकी मैं गल कर वो अपने मित्र आप सुना रहा है। जो गुरबाणी छड़ा जंतु तमते नहीं लै जाते, कुटमार करते हैं, बुरा हाल देखे जाने रोता है, चीखता पिटता है, कोई दूर नहीं जाता है। वो पूछता है कि मेरा गुनाह क्यों, मेरे क्यों डर से जाता, मेरे क्यों डर मार। और सन हुक्म है, उस ईश्वर का हुक्म है, जमदूत का हुक्म है, ईश्वर का नहीं। लै जाते नहीं, पेश करते नहीं, पेश होता है उन पहला सीन विखाते ने, नाल पेश होता है, नाल चित्र फिल्म वेखते हैं। कड़ाए धरे ने, कड़ाए सुटे जा रहे हैं, जीव चीरे जा रहे हैं, सजावा दिखे जा रहे हैं, जैसा जुर्म है। दुहाई पी गई, दुहाई बची तो खुद में उस सैफ नहीं निकल गया। कमाल मोह वाहगुरु निकले
ਤੇ ਪ੍ਰਮਾਤਮਾ ਨੇ ਆਪਣਾ ਹੱਥ ਕੀਤਾ, ਬਹੁਤ ਪਿਆ, ਇਸ਼ਰ ਬਹੁਤ ਪਿਆ, ਇਹਨੂੰ ਛੱਡ ਦਿਓ, ਇਹਨੂੰ ਛੱਡ ਦਿਓ। ਮੇਰਾ ਸਿੱਖ ਵਾਪਸ ਆ ਜਾਂਦਾ ਹੈ। ਘਰ ਦੇ ਪੁੱਛਦੇ ਤੈਨੂੰ ਕੀ ਹੋਇਆ, ਉਹ ਆ ਬੱਚਾ ਦੱਸਦਾ, ਆ ਮੈਨੂੰ ਉਹ ਆਪਣੀ ਜ਼ੁਬਾਨੀ ਹੁਣ ਦੱਸਦਾ ਕੈਨੇਡਾ 'ਚ ਵਸਨੀਕ ਅਤੇ ਜਿਉਂਦਾ ਜਾਗਦਾ ਹੈ। ਪ੍ਰਭ ਭਾਵੇ ਮੇਰੇ ਸਵਾਸਤੇ ਰੱਖ, ਉਹਦਾ ਹੁਕਮ ਹੈ। ਬੜਾ ਦੁਆ ਦਾ ਕੀਤਾ, ਮੇਰੇ ਬੱਚੇ ਨੇ ਬਹੁਤ ਦੁਆ ਕੀਤੀ, ਬੜੀ ਸੇਵਾ ਕੀਤੀ ਹੈ, ਲੰਬੇਦਾਰ ਬੈਠਾ ਭਰਾ ਬੈਠਾ ਹੈ, ਪਰ ਸਵਾਸ ਇਹ ਕਿਤਨਾ ਹੈ। ਮੈਂ ਕਿਤੇ ਮੱਬੂ ਤਾਂ ਸਮਾਂ ਲਾ ਲਵਾਂ, ਗੁਰਸਿੱਖਾਂ ਦੀ ਸੰਗਤ ਹੈ। ਮੈਂ 2-3 ਵਾਰੀ ਇਹ ਸ਼ਬਦ ਸੁਣੇ ਨੇ ਮਹਾਂਪੁਰਸ਼ਾਂ ਦੇ ਮੂੰਹ ਤੋਂ, ਗਿਆਨੀਆਂ ਦੇ ਮੂੰਹ ਤੋਂ, ਕਿ ਮੌਤ ਜਿਹੜੀ ਹੈ ਨਾ, ਜਿੰਨਾ ਚਿਰ ਸਵਾਸ ਪੂਰੇ ਨਹੀਂ ਹੁੰਦੇ, ਸਵਾਸ ਦਾ ਲੇਖਾ ਜੋਖਾ ਪੂਰਾ ਨਹੀਂ ਹੁੰਦੀ, ਮੌਤ ਉਹਦੀ ਬੰਦੇ ਦੀ ਰਾਖੀ ਕਰ। ਮੈਂ ਤੁਹਾਡੇ ਸਾਹਮਣੇ ਹਾਂ, ਬੜੀਆਂ ਸਲਾਹਾਂ ਮੇਰੀਆਂ, ਬਹੁਤ ਵਾਰ 2-3 ਕੈਂਸਰ ਹੋ ਗਿਆ, ਬੜਾ ਕੁਛ ਹੋਇਆ, ਪਰ ਅਜੇ ਸਵਾਸ ਪੂਰੇ ਹੋਏ ਨਹੀਂ। ਇੰਝ ਲੱਗਦਾ ਮੈਨੂੰ, ਇੰਝ ਲੱਗਦਾ ਜਿਵੇਂ ਮੌਤ ਮੇਰੀ ਰੱਖ ਲਈ ਕਰ। ਤੇ ਕੀ ਲੇਖਾ ਜੋਖਾ ਹੈ ਪਰਮਾਤਮਾ ਜਾਣਦਾ ਹੈ। ਮੈਂ ਕਿਸੇ ਮਹਾਂਪੁਰਸ਼ ਨੂੰ ਪੁੱਛਿਆ ਕਿ ਮੈਨੂੰ ਕਾਹਦੀ ਸਜ਼ਾ ਦੇਣਗੇ, ਕੀ ਹੁੰਦੇ, ਬਹੁਤ ਉੱਚੇ ਮਹਾਂਪੁਰਸ਼, ਬਹੁਤ ਉੱਚੇ, ਸ਼ਾਇਦ ਉਹ ਮੇਰੀ ਗੱਲ ਹੁਣ ਵੀ ਸੁਣਦੇ ਹੋਣ, ਜੇ ਧਿਆਨ ਨਾਲ ਮੇਰਾ ਤਾਂ ਪੁੱਛਦੇ ਮੇਰੇ ਵੀਰ, ਲੇਖੇ ਜੋਖਾ ਕੋਈ ਬਾਕੀ ਹੈ, ਲੇਖਾ ਜੋਖਾ ਬਾਕੀ ਹੈ, ਉਹ ਲੈਣਾ ਦੇਣਾ ਪੈਣਾ ਹੈ। ਐਸਾ ਨਾ ਹੋਵੇ ਸੰਗਤ ਜੁੜੀ ਹੈ, ਇਹ ਲੇਖਾ ਜੋਖਾ ਬੰਦ ਹੋਵੇ, ਗੁਰੂ ਦੇ ਚਰਨਾਂ 'ਚ ਲੱਗੇ, ਲਿਖਦੇ ਲੱਗੇ। ਸੰਗਤ ਦਾ ਅਰਦਾਸ ਇਹ ਤਾਂ ਮੈਨੇ ਹੈ, ਤੇ ਸਾਡੀ ਅਰਦਾਸ ਕੀ ਹੈ? ਮਾਟੀ ਕਾ ਕਹਿ ਧੁੱਪੇ ਸੋਨੇ ਮਾਰਸ ਕੀ ਗਤ ਹੈ। ਸਾਡੇ ਕੋਲ ਅਣਚੇਤੇ ਬਿਨਾਂ ਕਿਸੇ ਸੋਚ ਸਮਝੇ ਕਿਹੜਾ ਸੰਖਾ ਮੇਰਾ ਆਪਣੇ ਜੀਵਨ 'ਚ ਕੁਝ ਦਿਮਾਗ ਸਾਰੇ ਬਣੇ ਐਸੀਆਂ ਕਿਆ ਹੁੰਦੇ ਨੇ, ਅਸੀਂ ਗਲਤੀਆਂ ਜਿਹੜੇ ਸੰਖੇਪ ਚਿੱਤੇ ਨਹੀਂ ਤਾਂ ਕਰਨੀਆਂ, ਤੇ ਐਸੀਆਂ ਲੱਖ ਹੋ ਗਈਆਂ ਉਨਕੀਆਂ। ਗੁਰੂ ਕਿਰਪਾ ਕਰੇ, ਮਿਹਰ ਕਰੇ, ਤੇ ਉਹ ਸਾਰੀ ਮਾਫ ਗੁਰੂ ਬਖਸ਼ ਕਰੇ, ਰਹਿਮਤ ਕਰੇ, ਪਿਛਲੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ। ਬਾਪ ਦਾ ਸਾਇਆ ਜਾਣਾ ਹੈ, ਬਾਪ ਦੀ ਮਾਂ ਦੀ ਮੇਰੀ ਭੈਣਾਂ ਕੀ ਬੈਠੇ ਨੇ, ਮਾਂ ਬਾਪ ਦਾ ਰੁਤਬਾ ਬਹੁਤ ਵੱਡਾ ਹੈ ਕੁਰਬਾਨੀ 'ਚ। ਤੂੰ ਹੀ ਮੇਰਾ ਪਿਤਾ, ਤੂੰ ਹੀ ਮੇਰੀ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾ। ਅੱਜ ਉਹ ਰੱਬ ਵਿਛੜੇ ਸਾ ਬੂਟਾ ਸੁਣ ਗਿਆ, ਪਰਮਾਤਮਾ ਗਿਆ, ਪਰਮਾਤਮਾ ਕੋਈ ਆਸਰਾ ਦੇਵੇ, ਬਖਸ਼ਿਸ਼ ਕਰੇ ਬੱਚਿਆਂ ਤੇ। ਭਰਾ ਬਾਹਾਂ ਹੁੰਦੇ ਨੇ, ਸੱਜਣ ਮਿੱਤਰ ਬਾਹਾਂ ਹੁੰਦੇ ਨੇ, ਵਾੜ ਹੁੰਦੀ ਹੈ, ਚੰਗੇ ਸੱਜਣ ਵਾੜ ਹੁੰਦੇ ਨੇ। ਕਿਸੇ ਵਿਦਵਾਨ ਨੇ ਕਿ ਭਰਾ ਬਾਹਾਂ ਹੁੰਦੇ ਨੇ, ਅੱਜ ਉਹ ਬਾਹਾਂ ਹੁੰਦੇ ਟੁੱਟ ਜਾਂਦੇ। ਉਹ ਸ਼ਕਤੀ ਤੁਸੀਂ ਦਿਓ, ਤੁਹਾਡੀ ਅਰਦਾਸ ਦੇ ਵਿੱਚ ਭਰਾ ਫਿਰ ਨਾਲ ਹੋਣ, ਬੱਚੇ ਫਿਰ ਕਾਇਮ ਹੋਣ। ਮੇਰੀ ਅਰਦਾਸ ਹੈ, ਤੁਸੀਂ ਅਰਦਾਸ ਕਰੋ। ਇਹਨਾਂ ਸ਼ਬਦਾਂ ਨਾਲ ਪਰਮਾਤਮਾ ਅੱਗੇ ਅਰਦਾਸ ਕਰਦੇ ਆ, ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸਤੇ ਨੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਅਸੀਂ ਬੜੇ ਨਜ਼ਦੀਕੀ ਰਿਸ਼ਤੇਦਾਰ ਉਹਨਾਂ ਨੂੰ ਟਾਈਮ ਨਹੀਂ ਦੇ ਸਕੇ, ਮਾਫੀ ਚਾਹੁੰਦੇ ਹਾਂ। ਹੁਣ ਘਰ ਵੱਲੋਂ ਬੇਨਤੀ ਆ, ਹੱਥ ਜੋੜ ਕੇ ਬੇਨਤੀ ਆ ਸਾਰੇ ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਨੂੰ, ਨਗਰ ਵਾਸੀਆਂ ਨੂੰ, ਗੁਰੂ ਦਾ ਲੰਗਰ ਤਿਆਰ ਆ, ਸਾਰੇ ਭਰਾਓ ਛੱਕ ਕੇ ਜਾਣਾ। ਤੁਸੀਂ ਦੂਰੋਂ ਦੇ ਅੜਿਓ ਆਏ ਜੇ, ਤੁਹਾਡਾ ਕੋਟੋ ਕੋਟ ਧੰਨਵਾਦ। ਦੁੱਖ ਦੀ ਘੜੀ 'ਚ ਆਏ ਆ, ਆਂਦੇ ਦੁੱਖ ਦੀ ਘੜੀ ਜਾਈਏ ਤੇ ਦੁੱਖ ਘਟਦਾ, ਖੁਸ਼ੀ ਜਾਈਏ ਤੇ ਖੁਸ਼ੀ ਦਾ ਵਾਧਾ ਹੁੰਦਾ। ਚੰਗਿਆਈ ਬੰਦੇ ਦੇ ਨਾਲ ਜਾਂਦੀ ਆ। ਆਹ ਸਰਦਾਰ ਬੂਟਾ ਸਿੰਘ ਦੀ ਚੰਗਿਆਈ ਆ, ਜਿਹੜੇ ਤੁਸੀਂ ਅੰਦਰ ਬਾਹਰ ਸਾਰੇ ਬੈਠੇ ਜੇ। ਉਦੋਂ ਸੰਸਕਾਰ ਵਾਲੇ ਦਿਨ ਬੜੀ ਵੱਡੀ ਗਿਣਤੀ 'ਚ ਰਿਸ਼ਤੇਦਾਰ, ਸਾਕ ਸੰਬੰਧੀ, ਨਗਰ ਨਿਵਾਸੀ ਆਏ ਸਨ। ਇਸ ਕਰਕੇ ਫਿਰ ਭਾਜੀ ਬੂਟਾ ਸਿੰਘ ਨੂੰ ਸ਼ਰਧਾਂਜਲੀ, ਪਰਿਵਾਰ ਨੂੰ ਭਾਣਾ ਮੰਨਣ ਦਾ ਹੀ ਬਲ ਬਖਸ਼ੇ, ਬੱਚਿਆਂ ਨੂੰ, ਪਰਮਿੰਦਰ ਨੂੰ, ਸਰਪ੍ਰਿੰਦਰ ਨੂੰ, ਤੇ ਪੱਪੂ ਭਾਜੀ ਨੂੰ, ਤੇ ਸਾਰੇ ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਫਿਰ ਦੁਬਾਰਾ ਵੀ ਗੁਰੂ ਦਾ ਲੰਗਰ ਛਕ ਕੇ ਜਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।